नमस्कार, आदाब, सत श्री अकाल। हमदर्द टीवी देखने वाले ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ, ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਹੁਣ ਤੱਕ ਦੀ ਜੋ ਲੇਟੈਸਟ ਅਪਡੇਸ਼ਨਸ ਆਈਆਂ ਨੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ, ਉਹਦੇ ਬਾਰੇ ਵਿੱਚ। ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਤੁਹਾਡਾ ਕੋਈ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਅੱਜ ਬਹੁਤ ਸਾਰੇ ਮੁੱਦੇ ਨੇ ਜਿਹੜੇ ਕਿ ਅਸੀਂ ਗੱਲਬਾਤ ਕਰਾਂਗੇ, ਜਿਹਦੇ ਵਿੱਚ ਇੱਕ ਮੁੱਦਾ ਇਹ ਵੀ ਹੈ ਕਿ ਵੈਸੇ ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਹਾਈਲੀ ਐਜੂਕੇਟਿਡ ਲੋਕ ਇੱਥੇ ਵਰਕ ਪਰਮਿਟ 'ਤੇ ਆਉਂਦੇ ਨੇ, ਪਰ ਜਿਹੜੇ ਇੱਥੇ ਆ ਕੇ ਨੌਕ ਸੀ ਜਾਂ ਫਿਰ ਨੌਕ ਡੀ ਦੀ ਜੌਬ ਕਰਦੇ ਨੇ, ਮਤਲਬ ਜਾਂ ਤਾਂ ਲੇਬਰ ਜੌਬ ਕਰਦੇ ਨੇ, ਜਿਵੇਂ ਕਲੀਨਰ ਦੀ ਜੌਬ ਹੋ ਗਈ ਜਾਂ ਕੋਈ ਹੋਰ ਜੌਬ ਹੋ ਗਈ, ਉਹਨਾਂ ਦੇ ਲਈ ਪੀਆਰ ਦੇ ਕੀ ਚਾਂਸਿਸ ਨੇ। ਹਰ ਸਾਲ ਘੱਟੋ ਘੱਟ 6 ਲੱਖ ਦੇ ਕਰੀਬ ਇੱਥੇ ਪ੍ਰਵਾਸੀ ਆਉਂਦੇ ਨੇ, ਜੋ ਕਿ ਟੈਂਪਰੇਰੀ ਰੈਜ਼ੀਡੈਂਟ ਹੁੰਦੇ ਨੇ, ਪਰ ਉਹਨਾਂ ਦੇ ਪੀਆਰ ਹੋਣ ਤੱਕ ਦਾ ਰਾਹ ਕਿਸ ਤਰੀਕੇ ਦਾ ਹੁੰਦਾ ਆ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਅੱਜ ਦੇ ਜਿਹੜੇ ਮੁੱਦੇ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ। ਸੋ ਤੁਹਾਡੇ ਸਵਾਲਾਂ ਦੇ ਵੀ ਜਵਾਬ ਨਾਲ ਦੀ ਨਾਲ ਜ਼ਰੂਰ ਦੇਵਾਂਗੇ। ਤੁਹਾਡੇ ਕੋਈ ਸਵਾਲ ਨੇ, ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, ਐਮਡੀ ਤੇ ਆਰਡੀ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਐਂਡ ਤਰਨ ਜੀ, ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ। ਕੀ ਹਾਲ ਚਾਲ ਨੇ ਸਰ? ਆਲ ਗੁੱਡ ਜੀ। ਪੈਂਡੈਮਿਕ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਸਭ ਕੁਝ ਨਾਰਮਲ ਹੋ ਰਿਹਾ ਹੈ। ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਵੇ, ਇਮੀਗ੍ਰੇਸ਼ਨ ਕੀ ਨਾਰਮਲ ਹੋਣੀ ਸ਼ੁਰੂ ਹੋ ਚੁੱਕੀ ਹੈ? ਤਰਨ, ਇਮੀਗ੍ਰੇਸ਼ਨ ਦੇ ਪਹਿਲੇ ਹੀ ਨਾਰਮਲ ਹੈਗੀ ਹੈ ਸਰ। ਬੈਕਲੌਗ ਬਹੁਤ ਜ਼ਿਆਦਾ ਚੱਲ ਰਿਹਾ ਵਾ। ਯੂ ਆਰ ਰਾਈਟ ਤਰਨ ਜੀ, ਜਿਹੜਾ ਬੈਕਲੌਗ ਹੈਗਾ ਸਾਲ ਤੋਂ ਕੋਈ ਕੰਮ ਨਹੀਂ ਹੋਇਆ, ਤਕਰੀਬਨ 14-15 ਮਹੀਨੇ ਹੋ ਗਏ ਨੇ ਤੇ ਐਬਸੋਲੂਟਲੀ ਬੈਕਲੌਗ ਬੜਾ ਇਮੈਂਸ ਹੈਗਾ। ਐਂਡ ਹੋਪਫੁਲੀ ਅਗਲੇ ਆਉਣ ਵਾਲੇ ਕੁਝ ਇੱਕ ਮਹੀਨਿਆਂ ਦੇ ਵਿੱਚ ਚੀਜ਼ਾਂ ਨਾਰਮਲ ਹੋਣੀਆਂ ਸ਼ੁਰੂ ਹੋ ਜਾਣਗੀਆਂ, ਸਟੈਬਲਾਈਜ਼ ਹੋਣੀਆਂ ਸ਼ੁਰੂ ਹੋ ਜਾਣਗੀਆਂ, ਬੈਕਲੌਗ ਘਟਣਾ ਸ਼ੁਰੂ ਹੋ ਜਾਏਗਾ ਐਂਡ ਹੋਪਫੁਲੀ ਬਾय द एंड ऑफ दिस ईयर ਬੈਕਲੌਗ ਖਤਮ ਵੀ ਹੋ ਜਾਏਗਾ। ਬਟ ਐਜ਼ ਆਫ ਟੁਡੇ ਯੈਸ, ਯੂ ਆਰ ਐਬਸੋਲੂਟਲੀ ਰਾਈਟ ਜੀ। ਇੰਡੀਆ ਤੋਂ ਹਲੇ ਬਹੁਤ ਸਾਰੀ ਚੀਜ਼ਾਂ ਪ੍ਰੋਸੈਸ ਨਹੀਂ ਹੋ ਰਹੀਆਂ, ਬਟ ਇੱਕ ਚੀਜ਼ ਬੜੀ ਪੋਜ਼ਿਟਿਵ ਜਿਹੜੀ ਇੰਡੀਆ ਤੋਂ ਇਸ ਟਾਈਮ ਤੇ ਨਜ਼ਰ ਆ ਰਹੀ ਹੈ ਕਿ ਜਿਹੜੇ ਪਾਸਪੋਰਟਸ ਵਾਪਸ ਭੇਜੇ ਗਏ ਸੀਗੇ ਲਾਸਟ ਈਅਰ ਬਿਕੋਜ਼ ਆਫ ਪੈਂਡੈਮਿਕ, ਸੋ ਫਾਈਲਾਂ ਜਿਹੜੀਆਂ ਲੱਗੀਆਂ ਹੋਈਆਂ ਸੀ, ਪਾਸਪੋਰਟ ਵੀ ਨਾਲ ਸੀਗੇ, ਸੋ ਪਾਸਪੋਰਟ ਵਾਪਸ ਸੈਂਡ ਕਰ ਦਿੱਤੇ ਸੀਗੇ। ਸੋ ਉਹਨਾਂ ਦੀਆਂ ਇਸ ਟਾਈਮ ਰਿਕੁਐਸਟ ਆਉਣੀਆਂ ਸ਼ੁਰੂ ਹੋ ਗਈਆਂ। ਸੋ ਉਸ ਤੋਂ ਬਾਅਦ ਸਟੱਡੀ ਪਰਮਿਟ ਦੇ ਉੱਤੇ ਐਪਲੀਕੇਸ਼ਨ ਦੇ, ਸੋ ਹੁਣ ਪ੍ਰਾਇਰਿਟੀ ਦੇ ਤਹਿਤ ਸਾਰਾ ਕੰਮ ਪ੍ਰੋਸੈਸਿੰਗ ਦੇ ਵਿੱਚ ਆ ਰਿਹਾ ਹੈ। ਸਰ, ਹੁਣ ਜਿਵੇਂ ਕੈਨੇਡਾ ਤੋਂ ਬਾਹਰ ਜਿਹੜੇ ਰਹਿ ਰਹੇ ਸੀਗੇ, ਜਿਨ੍ਹਾਂ ਨੂੰ ਸੀਓਪੀਆਰ ਮਿਲ ਚੁੱਕਿਆ ਸੀ, ਇਸ਼ੂ ਹੋ ਚੁੱਕਿਆ ਸੀ, ਜਾਂ ਜਿਨ੍ਹਾਂ ਦੇ ਐਕਸਪਾਇਰ ਹੋ ਚੁੱਕੇ ਸੀ, ਉਹਦੇ ਲਈ ਹੁਣ ਸਰਕਾਰ ਨੇ, ਇਮੀਗ੍ਰੇਸ਼ਨ ਵਿਭਾਗ ਨੇ ਹੌਲੀ-ਹੌਲੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਸੋ ਥੋੜ੍ਹੀਆਂ ਟਰੈਵਲ ਰਿਸਟ੍ਰਿਕਸ਼ਨਸ ਵਿੱਚ ਵੀ ਈਜ਼ੀਜ਼ ਹੋਈਆਂ ਨੇ। ਸੋ ਹੁਣ ਇਸ ਵਕਤ ਕੈਨੇਡਾ ਵਿੱਚ ਕੌਣ-ਕੌਣ ਆਉਣ ਲਈ ਐਲੀਜੀਬਲ ਹੈਗਾ ਆ? ਤਰਨ, ਹਾਲੇ ਤੱਕ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਹੈਗੀਆਂ 21 ਜੁਲਾਈ ਤੱਕ ਤੇ ਹੈਗੀਆਂ, ਨਜ਼ਰ ਆ ਰਹੀਆਂ ਹੈਗੀਆਂ। ਐਂਡ ਬਟ ਜਿਨ੍ਹਾਂ ਦੇ ਕੋਲ ਵੈਕਸੀਨੇਸ਼ਨ ਹੋ ਚੁੱਕੀ ਹੈ ਐਂਡ ਉਹ ਵੈਕਸੀਨੇਸ਼ਨ ਹੋਈ ਹੈ ਜਿਹੜੀ ਕੈਨੇਡਾ ਗਵਰਨਮੈਂਟ ਤੋਂ ਮਨਜ਼ੂਰ ਹੈਗੀ ਹੈ, ਉਹਨਾਂ ਨੂੰ ਟਰੈਵਲ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ, ਨਾ ਹੀ ਉਹਨਾਂ ਨੂੰ ਕੁਆਰੰਟਾਈਨ ਵਾਲਾ ਇਸ਼ੂ ਹੈਗਾ। ਸੋ ਏਅਰਪੋਰਟ ਤੇ ਉਤਰ ਕੇ ਉਹਨਾਂ ਨੂੰ ਕਿਤੇ ਕੁਆਰੰਟਾਈਨ ਕਰਨ ਦੀ ਲੋੜ ਨਹੀਂ, ਉਹ ਆਪਣੇ ਘਰ ਜਾ ਸਕਦੇ ਨੇ। ਐਂਡ ਤੇ ਦੈਟ ਇਜ਼ ਵਾਟ ਇਟ ਇਜ਼। ਬਟ ਯੈਸ, ਯੂ ਆਰ ਰਾਈਟ ਕਿ ਹਾਲੇ ਥੋੜ੍ਹਾ ਜਿਹਾ ਹੋਰ ਸਮਾਂ ਲੱਗੇਗਾ ਚੀਜ਼ਾਂ ਨੂੰ ਖੁੱਲ੍ਹਦਿਆਂ ਹੋਇਆਂ, ਬਟ ਜਿਸ ਤਰ੍ਹਾਂ ਹੀ ਚੀਜ਼ਾਂ ਖੁੱਲ੍ਹਣਗੀਆਂ ਬਹੁਤ ਸਾਰੀਆਂ ਚੇਂਜਸ ਇਮੀਗ੍ਰੇਸ਼ਨ ਦੇ ਵਿੱਚ ਵੀ ਆਉਣ ਵਾਲੀਆਂ। ਬਿਕੋਜ਼ ਹਾਲੇ ਤੱਕ ਫੋਕਸ ਸਿਰਫ ਕੈਨੇਡੀਅਨ ਐਕਸਪੀਰੀਅੰਸ ਦੇ ਉੱਤੇ ਬਣਿਆ ਹੋਇਆ ਸੀਗਾ, ਉਹਨਾਂ ਐਪਲੀਕੈਂਟਸ ਤੇ ਬਣਿਆ ਹੋਇਆ ਸੀਗਾ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਾਂ ਜਿਹੜੇ ਵਰਕ ਪਰਮਿਟ ਤੇ ਕੈਨੇਡਾ ਇੱਕ ਸਾਲ ਕੰਮ ਕਰ ਚੁੱਕੇ ਨੇ। ਸੋ ਐਸੇ ਕਰਕੇ 357 ਤੇ ਸਕੋਰ ਚੱਲ ਰਿਹਾ ਸੀਗਾ। ਹਾਂ, ਹੋਪਫੁਲੀ ਅਗਲਾ ਡਰਾ ਹੋਰ ਵੀ ਥੱਲੇ ਜਾਏਗਾ। ਬਟ ਉਸ ਤੋਂ ਬਾਅਦ ਜਿਸ ਤਰ੍ਹਾਂ ਰਿਸਟ੍ਰਿਕਸ਼ਨਸ ਖਤਮ ਹੁੰਦੀਆਂ, ਇਹ ਡਰਾ ਫਿਰ ਵਾਪਸ 450, ਪੌਣੇ 500 ਦੇ ਉੱਤੇ ਚਲਾ ਜਾਏਗਾ। ਸੋ ਬਿਕੋਜ਼ ਇਸ ਟਾਈਮ ਤੇ ਤਰਨ ਜੀ 450 ਪੁਆਇੰਟਸ ਤੋਂ ਉੱਪਰ ਤਕਰੀਬਨ 35,000 ਐਪਲੀਕੈਂਟਸ ਦੀ ਫਾਈਲ ਲੱਗੀ ਹੋਈ ਹੈ। ਜੇ 400 ਤੋਂ ਉੱਪਰ ਦੀ ਗੱਲ ਕਰੀਏ, 400 ਤੋਂ 450 ਦੇ ਵਿੱਚ ਤਕਰੀਬਨ 40,000 ਐਪਲੀਕੈਂਟ। ਸੋ 400 ਤੋਂ ਉੱਪਰ ਇਸ ਟਾਈਮ 75,000 ਪ੍ਰੋਫਾਈਲਸ ਪਏ ਹੋਏ ਨੇ ਜਿਹੜੇ ਬਾਹਰ ਦੇ ਐਪਲੀਕੈਂਟਸ ਹੈਗੇ, ਜਿਹੜੇ ਕੈਨੇਡਾ ਦਾ ਨਹੀਂ ਹੈਗੇ। ਸੋ 75,000 ਐਪਲੀਕੇਸ਼ਨਸ ਇੱਕਦਮ ਪ੍ਰੋਸੈਸ ਨਹੀਂ ਹੋਣਗੀਆਂ। ਹਾਂ, ਇੱਥੇ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਜਿਹੜੇ ਵੀ ਐਪਲੀਕੈਂਟ ਨੂੰ ਵਰਕ ਪਰਮਿਟ LMIA ਮਿਲਦਾ ਹੈਗਾ, ਡੂ ਟਰਾਈ ਟੂ ਗੈਟ ਦੈਟ, ਬਿਕੋਜ਼ ਉਹਦੇ ਨਾਲ ਤੁਹਾਡੀ ਫਾਈਲ ਪ੍ਰਾਇਰਿਟੀ ਦੇ ਵਿੱਚ ਆ ਜਾਏਗੀ, ਉਹਦੇ ਨਾਲ ਤੁਹਾਡੇ ਪੁਆਇੰਟਸ ਵੀ ਜੰਪ ਕਰ ਜਾਣਗੇ ਐਂਡ ਤੁਸੀਂ ਕੈਨੇਡਾ ਆ ਕੇ ਵਰਕ ਪਰਮਿਟ ਤੇ ਕੰਮ ਵੀ ਕਰ ਸਕਦੇ ਹੋ ਉਹਨਾਂ ਐਮਪਲੋਇਰਸ ਦੇ ਨਾਲ। ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਹੁਣ ਜੰਪ ਵੀ ਕਰੇਗਾ ਸਕੋਰ, ਤੇ ਇਸ ਵਾਰੀ ਵੀ ਬਹੁਤ ਜ਼ਿਆਦਾ ਰਿਆਇਤਾਂ ਮਿਲੀਆਂ ਨੇ। CEC ਦੇ ਅੰਡਰ ਬਹੁਤ ਸਕੋਰ ਥੱਲੇ ਗਿਆ ਤੇ ਬਹੁਤ ਸਾਰੇ ਸਟੂਡੈਂਟਸ ਦਾ ਸਕੋਪ ਵੀ ਬਣਿਆ। 40,000 ਐਪਲੀਕੇਸ਼ਨਸ ਵੀ ਜਿਹੜੀਆਂ ਲਈਆਂ ਗਈਆਂ ਨੇ। ਇਸ ਤੋਂ ਇਲਾਵਾ ਜੇ ਹੁਣ ਗੱਲ ਕਰੀਏ, ਅੱਜ ਵੀ ਇੱਕ ਲੇਟੈਸਟ PNP ਦਾ ਡਰਾ ਗਿਆ, ਉਹ ਕਿੰਨੇ ਤੇ ਗਿਆ ਉਹਦਾ ਸੀਆਰਐਸ ਸਕੋਰ? ਤੁਰੰਤ 760 ਤੇ ਅੱਜ ਐਕਸਪ੍ਰੈਸ ਐਂਟਰੀ ਦਾ ਡਰਾ ਗਿਆ ਹੈਗਾ, ਜਿਨ੍ਹਾਂ ਦੇ ਕੋਲ PNP ਸਰਟੀਫਿਕੇਟ ਸੀਗੇ ਐਂਡ 627 ਇਨਵੀਟੇਸ਼ਨਸ ਦਿੱਤੇ ਗਏ ਨੇ। ਸੋ 600 ਤੋਂ ਉੱਪਰ 627 ਤੋਂ ਉੱਪਰ ਤਕਰੀਬਨ 650 ਸਵਾ 600 ਪ੍ਰੋਫਾਈਲ ਸੀਗੇ ਜਿਨ੍ਹਾਂ ਨੂੰ ਅੱਜ ਇਨਵੀਟੇਸ਼ਨ ਦਿੱਤਾ ਗਿਆ। ਬਿਲਕੁਲ ਸਰ, ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਕਿ ਕੁਝ ਸੈਟਲਮੈਂਟ ਫੰਡਸ ਦੀ ਗੱਲ ਹੋ ਰਹੀ ਸੀਗੀ 2021 ਲਈ ਫੈਡਰਲ ਐਕਸਪ੍ਰੈਸ ਐਂਟਰੀ। ਇਹ ਕੀ ਹੈ ਕਿ ਤੁਰੰਤ ਜਦੋਂ ਵੀ ਕੋਈ ਐਪਲੀਕੈਂਟ ਕੈਨੇਡਾ ਆਉਂਦਾ ਹੈਗਾ ਨਾ, ਤੇ ਉਹਨੂੰ ਕੋਈ ਨਾ ਕੋਈ ਸੈਟਲਮੈਂਟਸ ਫੰਡ ਸ਼ੋ ਕਰਨੇ ਪੈਂਦੇ ਨੇ ਫੈਮਿਲੀ ਸਾਈਜ਼ ਦੇ ਹਿਸਾਬ ਨਾਲ। ਜੇ ਉਹ ਸਿੰਗਲ ਐਪਲੀਕੈਂਟ ਹੈਗਾ ਤੇ
ਪਹਿਲੇ 12,000 ਕੁਛ ਸੀਗੇ, ਹੁਣ 13,000 ਕੁਛ ਹੋ ਗਏ ਨੇ। ਸੋ ਇਹ ਅਮਾਊਂਟ ਹਰ ਸਾਲ ਚੇਂਜ ਹੁੰਦੀ ਹੈਗੀ ਹੈ। ਸੋ ਉਸੇ ਦੇ ਤਹਿਤ ਆ ਚੇਂਜਸ ਆਈਆਂ ਹੈਗੀਆਂ। ਸੋ ਜਿਹੜੇ ਫੰਡ ਤੁਸੀਂ ਨਾਲ ਲੈ ਕੇ ਆਣੇ ਨੇ ਜਾਂ ਐਟ ਦਾ ਪੋਰਟ ਆਫ ਐਂਟਰੀ ਸ਼ੋਅ ਕਰਨੇ ਨੇ ਆਫਿਸਰਸ ਨੂੰ, ਉਹਦੇ ਵਿੱਚ ਅਪਡੇਸ਼ਨ ਜ਼ਰੂਰ ਹੈਗਾ। ਜਦੋਂ ਵੀ ਤੁਸੀਂ ਟਰੈਵਲ ਕਰਨਾ ਮੇਕ ਸ਼ੋਰ, ਜਾਂ ਜਦੋਂ ਤੁਸੀਂ ਫਾਈਲ ਲਾਸਟ ਸਟੇਜ ਤੇ ਹੈਗੀ ਤੁਹਾਨੂੰ ਐਪਲੀਕੇਸ਼ਨ ਆਫਿਸਰ ਪੁੱਛਦਾ ਹੈਗਾ ਪ੍ਰੂਫ ਆਫ ਫੰਡ ਸਬਮਿਟ ਕਰੋ, ਤੇ ਉਹਨੇ ਦੇ ਪ੍ਰੂਫ ਆਫ ਫੰਡ ਤੁਸੀਂ ਜ਼ਰੂਰ ਸਬਮਿਟ ਕਰਨੇ ਨੇ, ਦੈਨ ਓਨਲੀ ਥਿੰਗਸ ਵਿਲ ਵਰਕ। ਬਿਲਕੁਲ ਸਰ, ਆਪਣੇ ਨਾਲ ਇੱਕ ਦਰਸ਼ਕ ਜੁੜ ਗਏ ਨੇ, ਫਿਰ ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਮੈਂ ਅਮਰੀਕਾ ਤੋਂ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ ਜੀ। ਤੇ ਉਹ ਸਾਡਾ ਇਹੀ ਸਿਚੁਏਸ਼ਨ ਹੈ ਜੀ, ਸਾਡਾ ਮੁੰਡੇ ਨੇ ਵੀ ਸੁਸਾਈਡ ਕੀਤੀ ਆ ਤੇ ਕੁੜੀ ਇੱਥੇ ਕੈਲੀਫੋਰਨੀਆ ਹੀ ਆ। ਓਕੇ। ਤੇ ਉਹ ਇੱਥੇ ਪਹਿਲਾਂ ਆ ਕੇ ਇੰਡੀਆ ਆਈ ਆ, ਜਦ ਮੇਰੇ ਮੁੰਡਾ ਸਾਡਾ ਜੀਆ ਸੀ। ਤੇ ਉਹ ਦੁਬਾਰਾ ਹੁਣ ਉਹ ਮੁੰਡਾ ਇੱਧਰ ਆ ਗਿਆ, ਉਹਨਾਂ ਤੋਂ 50 ਲੱਖ ਰੁਪਇਆ ਲੈ ਕੇ ਮੁੰਡਾ ਮੰਗਾਇਆ ਦਰਖਾਸਤ ਦਾ। ਜੀ, ਤੁਸੀਂ ਫਰਾਡ ਮੈਰਿਜਸ ਦੀ ਗੱਲ ਕਰ ਰਹੇ ਹੋ? ਹਾਂਜੀ, ਫਰਾਡ ਮੈਰਿਜ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਵਿਆਹ ਕਰਵਾ ਕੇ ਧੋਖਾ ਦਿੱਤਾ ਗਿਆ? ਫਰਾਡ ਮੈਰਿਜ ਤੇ ਜੀ। ਜੀ, ਤੁਸੀਂ ਅਮਰੀਕਾ ਤੋਂ ਬੋਲ ਰਹੇ ਹੋ ਨਾ? ਹਾਂਜੀ, ਅਮਰੀਕਾ ਕੈਲੀਫੋਰਨੀਆ ਫ੍ਰਿਜਨੋ ਸ਼ਹਿਰ ਤੋਂ। ਬਿਲਕੁਲ ਸਰ, ਤੁਹਾਡਾ ਨੋਟ ਕਰ ਲਿਆ ਗਿਆ ਵਾ ਤੁਹਾਡਾ ਕੇਸ। ਇਸ ਦੇ ਬਾਰੇ ਵਿੱਚ ਵੀ ਅਸੀਂ ਡਿਸਕਸ ਕਰਾਂਗੇ, ਪਰ ਅੱਜ ਇਸ ਵਕਤ ਅਸੀਂ ਕੈਨੇਡਾ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ। ਐਵੇਂ ਦੀ ਸਿਮਿਲਰ ਜਿਹੜੀਆਂ ਇਸ ਵਕਤ ਕੰਡੀਸ਼ਨਸ ਇੱਥੇ ਵੀ ਦੇਖਣ ਨੂੰ ਮਿਲਦੀਆਂ ਨੇ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕੀ ਕੀਤਾ ਜਾ ਸਕਦਾ ਆ। ਕੁਝ ਰੈਲੀਵੈਂਟ ਕੰਡੀਸ਼ਨਸ ਹੀ ਯੂਐਸ ਦੇ ਵਿੱਚ ਹੋਣਗੀਆਂ, ਸੋ ਤੁਸੀਂ ਧਿਆਨ ਨਾਲ ਪ੍ਰੋਗਰਾਮ ਨੂੰ ਸੁਣਿਓ, ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਜੀ। ਸ਼ੁਕਰੀਆ ਕਾਲ ਕਰਨ ਲਈ, ਤੁਹਾਡਾ ਨੰਬਰ ਨੋਟ ਕਰ ਲਿਆ, ਇਸ ਤੋਂ ਬਾਅਦ ਹੋ ਸਕਦਾ ਤੁਹਾਡੇ ਨਾਲ ਅਸੀਂ ਗੱਲ ਕਰੀਏ। ਸ਼ੁਕਰੀਆ, ਤੁਸੀਂ ਕਾਲ ਕੀਤੀ ਆ। ਥੈਂਕ ਯੂ ਸਰ। ਜੀ ਸਰ, ਜਿਵੇਂ ਸੈਟਲਮੈਂਟ ਫੰਡ ਤੋਂ ਬਾਅਦ ਆਪਾਂ ਥੋੜੇ ਜਿਹੇ ਟੌਪਿਕ ਨੂੰ ਜ਼ਰੂਰ ਮੈਂ ਟੱਚ ਕਰਨਾ ਚਾਹੂੰਗੀ। ਜਿਵੇਂ ਫਰਾਡ ਮੈਰਿਜਸ ਦਾ ਬਹੁਤ ਜ਼ਿਆਦਾ ਇਸ ਵਕਤ ਹੋ ਰਿਹਾ ਵਾ ਕਿ ਵਿਆਹ ਕਰਵਾਇਆ ਜਾ ਰਿਹਾ, ਕਿਹਾ ਜਾ ਰਿਹਾ ਕਿ ਸਪਾਂਸਰ ਕੀਤਾ ਜਾਊਗਾ, ਬਟ ਉਸ ਤੋਂ ਬਾਅਦ ਨਹੀਂ ਕੀਤਾ ਜਾ ਰਿਹਾ। ਐਵੇਂ ਦੇ ਬਹੁਤ ਸਾਰੇ ਮੈਟਰਸ ਹੋ ਰਹੇ ਆ। ਸੋ ਇਹਦੇ ਵਿੱਚ ਜਿਹੜੀ ਸੈਕੰਡ ਪਾਰਟੀ ਹੁੰਦੀ ਹੈ ਜਿਹਦੇ ਨਾਲ ਫਰਾਡ ਹੁੰਦਾ ਆ, ਉਹਨੂੰ ਇਹ ਨਹੀਂ ਪਤਾ ਕਿ ਅਗਲਾ ਸਟੈਪ ਕੀ ਲੈਣਾ ਹੈ, ਕੀ ਕੀਤਾ ਜਾਵੇ। ਤਰਨ, ਤੁਸੀਂ ਯੂ ਆਰ ਐਬਸੋਲੂਟਲੀ ਰਾਈਟ। ਐਂਡ ਖਾਸ ਕਰ ਅੱਜ ਦੀ ਤਰੀਕ ਦੇ ਵਿੱਚ ਨਾ ਪੰਜਾਬ ਦੇ ਵਿੱਚ ਕੋਈ ਵੀ ਅਖਬਾਰ ਖੋਲੋ, ਨਿਊਜ਼ਪੇਪਰ ਖੋਲੋ, ਤੇ ਅੰਦਰ ਆਰਟੀਕਲਸ ਹੈਗੇ ਨੇ ਜਾਂ ਕੀ ਕਹਿੰਦੇ ਆ ਉਹ ਦਿੱਤੇ ਹੋਏ ਨੇ ਕਿ ਕੁੜੀ ਨੇ ਇੰਨੇ ਬੈਂਡ ਲੈ ਲਏ ਹੈਗੇ ਨੇ ਤੇ ਵਿਆਹ ਵਾਸਤੇ ਮੁੰਡਾ ਚਾਹੀਦਾ ਹੈਗਾ। ਸੋ ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਿਆਦਾ ਪ੍ਰਚਲਿਤ ਹੈਗੀਆਂ ਜੀ ਇਸ ਟਾਈਮ ਤੇ ਕਾਫੀ ਸਟੇਟਸ ਦੇ ਵਿੱਚ। ਤੇ ਬਿਲਕੁਲ ਜੀ ਇਹਦਾ ਨੁਕਸਾਨ ਹੀ ਹੈਗਾ ਆ। ਜੇ ਤੁਸੀਂ ਇਹੋ ਜਿਹੀ ਮੈਰਿਜ ਕਰਦੇ ਹੈਗੇ ਹੋ, ਉਹਦਾ ਖਮਿਆਜਾ ਤੁਹਾਨੂੰ ਅੱਜ ਨਹੀਂ ਤਾਂ ਕੱਲ੍ਹ ਭੁਗਤਣਾ ਪੈ ਸਕਦਾ ਹੈਗਾ। ਐਂਡ ਅਸੀਂ ਇੱਥੇ ਵੀ ਕਿੰਨੇ ਕੇਸਿਸ ਦੇਖੇ ਨੇ ਤਰਨ ਜੀ ਕਿ ਇੱਥੇ ਆ ਕੇ ਸਪਾਊਸ ਹਸਬੈਂਡ ਵਾਈਫ ਦੇ ਵਿੱਚ ਜਿਹੜੇ ਪੇਪਰ ਮੈਰਿਜ ਕਰਾ ਕੇ ਆਏ, ਇੱਥੇ ਪੰਗੇ ਪੈ ਗਏ। ਹੁਣ ਉਸ ਤੋਂ ਬਾਅਦ ਪੁਲਿਸ ਰਿਪੋਰਟਸ ਹੋ ਗਈਆਂ। ਜਦੋਂ ਪੁਲਿਸ ਰਿਪੋਰਟ ਹੋ ਗਈ ਤੇ ਨਾ ਹੁਣ ਤੁਸੀਂ ਤੁਸੀਂ ਦੋਵੇਂ ਮੈਰਿਡ ਹੈਗੇ ਹੋ, ਹਸਬੈਂਡ ਵਾਈਫ ਹੈਗੇ ਹੋ, ਤੇ ਇੱਕ ਦੇ ਪਿੱਛੇ ਇੱਕ ਸਪਾਊਸ ਦੇ ਉੱਤੇ ਪੁਲਿਸ ਰਿਪੋਰਟ ਕਰਾਤੀ, ਜਾਂ ਤਾਂ ਤੁਸੀਂ ਡਿਵੋਰਸ ਲਓਗੇ ਤਾਂ ਤੁਹਾਡੀ PR ਹੋਏਗੀ, ਤੁਸੀਂ ਆਪਣਾ ਕੇਸ ਵੀ ਖਤਰੇ ਦੇ ਵਿੱਚ ਪਾ ਰਹੇ ਹੋ। ਕਦੀ ਵੀ ਇਹੋ ਜਿਹੀ ਚੀਜ਼ ਨਾ ਕਰੋ। ਬੱਚਿਆਂ ਦੀ ਉਮਰ 20 ਸਾਲ 21 ਸਾਲ ਹੈਗੀ ਹੈ, ਉਹਨਾਂ ਦੀ ਤੁਸੀਂ ਮੈਰਿਜ ਕਰਕੇ ਭੇਜ ਰਹੇ ਹੋ। ਕੋਈ 10ਵੀਂ ਦੇ ਵਿੱਚ ਪਾਸ ਕੀਤੀ ਹੋਈ ਹੈ, ਕਿਸੇ ਨੇ 12ਵੀਂ ਕੀਤੀ ਹੋਈ ਹੈ, ਐਂਡ ਤੁਸੀਂ ਆਪਣੇ ਬੱਚਿਆਂ ਦੇ ਪੈਰਾਂ ਦੇ ਵਿੱਚ ਰੋੜੇ ਅਟਕਾ ਰਹੇ ਜੇ। ਐਂਡ ਇਸੇ ਚੱਕਰ ਦੇ ਵਿੱਚ ਤਰਨ ਜੀ ਤੁਹਾਨੂੰ ਯਾਦ ਹੋਏਗਾ ਇੱਕ ਵਾਰੀ ਨਾ ਇੱਕ ਵਾਲ ਆਫ ਫੇਮ ਬਣਾਤੀ ਸੀਗੀ, ਵਾਲ ਆਫ ਸ਼ੇਮ ਬਣਾਤੀ ਸੀਗੀ ਇੰਡੀਅਨ ਚੰਡੀਗੜ੍ਹ ਦੇ ਵਿੱਚ। ਉਹਦੇ ਵਿੱਚ ਇਹੋ ਜਿਹੇ ਕੇਸਿਸ ਜਿਹੜੇ ਫਰਾਡ ਕੇਸਿਸ ਸੀਗੇ ਉਹਦੇ ਸਾਰੇ ਪੇਸਟ ਕੀਤੇ ਹੋਏ ਸੀਗੇ। ਐਂਡ ਉਹਦੇ ਵਿੱਚ ਜਦੋਂ ਕੋਈ ਵਿਜ਼ਟਰ ਕੋਈ ਜਾਂਦਾ ਸੀਗਾ ਤੇ ਵਾਲ ਆਫ ਸ਼ੇਮ ਦੇ ਵਿੱਚ ਸ਼ਰਮ ਆਉਂਦੀ ਸੀ ਦੇਖ ਕੇ ਕਿ ਕੀ ਚੀਜ਼ਾਂ ਅਸੀਂ ਆਪਣੇ ਪੰਜਾਬ ਤੋਂ ਸਾਡੇ ਹੋ ਰਹੀਆਂ। ਸਰ, ਇਹਦੇ ਵਿੱਚ ਮੈਂ ਇੱਕ ਹੋਰ ਮੁੱਦਾ ਚੁੱਕਣਾ ਚਾਹੁੰਦੀ ਹਾਂ ਕਿ ਜਦੋਂ ਕੋਈ ਸਟੱਡੀ ਵੀਜ਼ਾ ਤੇ ਉੱਤੇ ਐਦਾਂ ਆਉਣਾ ਚਾਹੁੰਦਾ ਆ, ਚਲੋ ਕਿਸੇ ਨੇ ਮੈਰਿਜ ਕਰ ਲਈ ਆ, ਸਾਨੂੰ ਇਹ ਵੀ ਪਤਾ ਲੱਗਿਆ ਕਿ ਉੱਥੇ ਜਿਹੜੇ ਏਜੰਟਸ ਨੇ ਐਵੇਂ ਦੀਆਂ ਮੈਰਿਜ ਕਰਵਾਉਣ ਤੋਂ ਬਾਅਦ ਜਿਹੜਾ ਵੀਜ਼ਾ ਲੈਣ ਲਈ 25-25 ਲੱਖ ਰੁਪਏ ਲਗਾ ਰਹੇ ਨੇ। ਜਸਟ ਇੱਕ ਸਟੱਡੀ ਵੀਜ਼ਾ ਲਗਵਾਉਣ ਲਈ 25-25 ਲੱਖ ਰੁਪਏ ਦਿੱਤਾ ਜਾ ਰਿਹਾ ਵਾ। ਉਸ ਤੋਂ ਬਾਅਦ ਫੀਸ ਵੀ ਕੁੜੀ ਦੀ, ਉਸ ਤੋਂ ਬਾਅਦ ਨਹੀਂ ਫੀਸ, ਉਸ ਤੋਂ ਬਾਅਦ ਐਕਸਟਰਾ ਸਿਰਫ 25 ਲੱਖ ਇਹ ਦਿੱਤਾ ਜਾ ਰਿਹਾ, 25 ਲੱਖ ਰੁਪਏ ਕੇਸ ਲਗਵਾਉਣ ਲਈ, ਫਾਈਲ ਲਗਵਾਉਣ ਲਈ ਸਪਾਊਸ ਦੀ। ਸਰ ਜੀ, ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ, ਬੱਚਿਆਂ ਨੂੰ ਸਾਨੂੰ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਇਹੋ ਜਿਹੀ ਐਜੂਕੇਸ਼ਨ ਦਈਏ, ਭਾਵੇਂ ਮੁੰਡਾ ਭਾਵੇਂ ਕੁੜੀ ਹੈਗੀ, ਕਿ ਉਹ ਆਪਣੇ ਦਮ ਤੇ ਕੈਨੇਡਾ ਆ ਸਕਣ ਜਾਂ ਕਿਸੇ ਵੀ ਬਾਹਰਲੇ ਮੁਲਕ ਜਾਣਾ ਹੈਗਾ ਆਪਣੇ ਬੇਸਿਸ ਦੇ ਉੱਤੇ ਜਾ ਸਕਣ। ਅਸੀਂ ਬੱਚਿਆਂ ਨੂੰ ਤੇ ਅਸੀਂ ਐਜੂਕੇਸ਼ਨ ਵਾਲੇ ਪਾਸੇ ਤੋਰਦੇ ਨਹੀਂ ਹੈਗੇ, ਅਸੀਂ ਸਕਿੱਲਸ ਐਨਹਾਂਸਮੈਂਟ ਵਾਲੇ ਪਾਸੇ ਤੋਰਦੇ ਨਹੀਂ ਹੈਗੇ, ਅਸੀਂ ਲੈਂਗੁਏਜ ਐਨਹਾਂਸਮੈਂਟ ਵਾਲੇ ਪਾਸੇ ਤੋਰਦੇ ਨਹੀਂ ਹੈਗੇ। ਉਸ ਤੋਂ ਬਾਅਦ ਕਹਿੰਦੇ ਆ ਕਿ ਪੈਸੇ ਦੇ ਕੇ ਅਸੀਂ ਬਾਹਰ ਕੱਢ ਦਈਏ। ਤੇ ਜਦੋਂ ਇਹੋ ਜਿਹੀ ਚੀਜ਼ਾਂ ਆਣਗੀਆਂ, ਜਦੋਂ ਗਲਤ ਚੀਜ਼ ਇੱਕ ਵਾਰੀ ਕਰੋਗੇ ਨਾ, ਇੱਕ ਝੂਠ ਵਾਸਤੇ 4 ਝੂਠ ਹੋਰ ਬੋਲਣੇ ਪੈਣਗੇ। ਸਰ, ਉਹੀ ਹੈ ਕਿ ਸਟੱਡੀ ਵੀਜ਼ਾ ਦੇ ਉੱਤੇ 25 ਲੱਖ ਰੁਪਇਆ ਲੈਣਾ, ਇੰਨਾ ਤਾਂ ਮੈਨੂੰ ਲੱਗਦਾ ਪੂਰੀ ਸਟੱਡੀ ਦੀ ਨਹੀਂ ਹੁੰਦੀ ਹੈਗੀ, ਵੈਲਿਊ ਨਹੀਂ ਹੁੰਦੀ, ਜਿੰਨੀ 12 ਲੱਖ ਦੇ ਵਿੱਚ ਮੇਰੇ ਖਿਆਲ 'ਚ ਇੱਕ ਡਿਗਰੀ ਹੋ ਜਾਂਦੀ ਹੈ ਇੱਥੇ ਕੰਪਲੀਟ ਸਾਰੇ ਸਮੈਸਟਰਸ। 25 ਲੱਖ ਰੁਪਇਆ ਸਿਰਫ ਇੱਕ ਤੁਸੀਂ ਪੇਪਰਸ ਰੈਡੀ ਕਰਵਾ ਕੇ ਉਹਨਾਂ ਨੂੰ ਦੇਣੇ ਆ ਕਿ ਉਹਨਾਂ ਨੇ ਤੁਹਾਡੇ ਪੇਪਰ ਰੈਡੀ ਕਰਕੇ ਫਾਈਲ ਲਗਾਉਣੀ ਆ। ਉਹਨਾਂ ਦੇ ਹੱਥ 'ਚ ਕੋਈ ਵੀਜ਼ਾ ਤਾਂ ਹੈ ਹੀ ਨਹੀਂ ਹੈ। ਕੋਈ ਵੀਜ਼ਾ ਨਹੀਂ ਹੈਗਾ ਜੀ, ਕੋਈ। ਉਹ ਤਾਂ ਸਿਰਫ ਐਪਲੀਕੇਸ਼ਨ ਟਰਾਈ ਕਰਦੇ ਪਏ, ਪੁੱਟ ਅਪ ਕਰਦੇ। 10 ਫਾਈਲਾਂ ਦੇ ਵਿੱਚੋਂ 8 ਹੋ ਗਈਆਂ, 6 ਹੋ ਗਈਆਂ, ਤੇ ਉਹਨੇ ਪੈਸੇ ਜੇਬ 'ਚ ਪਾ ਲਏ, ਤੇ ਜਿਹੜੇ ਨਹੀਂ ਹੋਏ ਪੈਸੇ ਵਾਪਸ ਮੋੜ ਤੇ ਕਿਸ਼ਤਾਂ ਦੇ ਵਿੱਚ।
ਸੋ ਐਬਸੋਲੂਟਲੀ ਜੀ ਕਦੀ ਵੀ ਇਹੋ ਜਿਹੀ ਚੀਜ਼ਾਂ ਦੇ ਵਿੱਚ ਨਾ ਪਾਓ, ਅਵੋਇਡ ਕਰੋ। ਐਂਡ ਸਿੱਧੇ ਤਰੀਕੇ ਬਹੁਤ ਸਾਰੇ ਹੈਗੇ ਨੇ ਜਿਹੜੇ ਉਲੀਕੇ ਗਏ ਨੇ ਕੈਨੇਡੀਅਨ ਸਰਕਾਰ ਵੱਲੋਂ। ਸੋ ਵਰਕ ਪਰਮਿਟ, LMIS, 3600 ਚੀਜ਼ਾਂ ਹੈਗੀਆਂ, ਸਟੱਡੀ ਪਰਮਿਟ। ਤੁਹਾਡਾ ਬੱਚਾ ਤੁਸੀਂ ਗਲਤ ਪੈਸੇ ਖਰਚਣ ਵਾਸਤੇ ਤਿਆਰ ਹੋ। ਆਪਣੇ ਬੇਟੇ ਨੂੰ ਇਹ ਨਹੀਂ ਕਹਿ ਸਕਦੇ, ਆਪਣੇ ਬੱਚੇ ਨੂੰ ਇਹ ਨਹੀਂ ਕਹਿ ਸਕਦੇ, ਆਪਣੀ ਕੁੜੀ ਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਬੱਚਾ ਪੜ੍ਹ ਤਾਂ ਕਿ ਤੂੰ ਆਪਣੇ ਪੈਰ ਦੇ ਉੱਤੇ ਖੜੇ ਹੋ ਕੇ ਜਾਵੇਂ। ਤੁਸੀਂ ਗਲਤ ਚੱਕਰਾਂ ਦੇ ਵਿੱਚ ਕਿਉਂ ਪੈਂਦੇ ਹੋ? ਐਂਡ ਜਦੋਂ ਤੁਸੀਂ ਇੱਥੇ ਭੇਜ ਦਿੰਦੇ ਹੋ ਬੱਚੇ, ਤੁਹਾਨੂੰ ਯਾਦ ਹੋਏਗਾ ਤਰਨ ਜੀ, ਇੱਥੇ ਸੁਸਾਈਡ ਦੇ ਕੇਸਿਸ ਕਿੰਨੇ ਵਧੇ ਹੋਏ ਸੀਗੇ ਪਿਛਲੇ। ਤੁਸੀਂ ਵੀ ਕਿੰਨੀ ਵਾਰੀ ਉਹਦੇ ਤੇ ਟੌਪਿਕਸ ਦੇ ਉੱਤੇ ਗੱਲਬਾਤ ਕੀਤੀ ਹੈਗੀ ਹੈ। ਸੋ ਜਦੋਂ ਬੱਚੇ ਨੂੰ ਇੱਥੇ ਭੇਜ ਦਿੰਦੇ ਹੋ, ਇੱਥੇ ਆ ਕੇ ਕੋਈ ਗਾਰਡਨ ਆਫ ਰੋਜ਼ਸ ਨਹੀਂ ਹੈਗਾ। ਇੱਥੇ ਮਿਹਨਤ ਕਰਨੀਆਂ ਪੈਂਦੀਆਂ ਹੈਗੀਆਂ ਬੱਚਿਆਂ ਨੂੰ, ਤੇ ਬੱਚੇ ਆ ਕੇ ਕਈ ਵਾਰੀ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ, ਬਿਕੋਜ਼ ਉਹਨਾਂ ਨੂੰ ਪਤਾ ਹੁੰਦਾ ਸਾਡੇ ਮਾਪਿਓ ਦੇ ਉੱਤੇ ਕਿੰਨਾ ਕਰਜ਼ਾ ਹੈਗਾ, ਅਸੀਂ ਕਰਜ਼ੇ ਵੀ ਵਾਪਸ ਕਰਨੇ, ਅਸੀਂ ਸਰਵਾਈਵ ਵੀ ਕਰਨਾ ਆ, ਤੇ ਆਪਣੇ ਸਪਾਊਸ ਦੀ ਐਜੂਕੇਸ਼ਨ ਦੇ ਵੀ ਖਰਚੇ ਪੂਰੇ ਕਰਨੇ ਹੈਗੇ ਨੇ। ਸੋ ਤੁਸੀਂ ਆਪਣੇ ਬੱਚੇ ਦੇ ਛੋਟੇ ਜਿਹੇ ਦਿਮਾਗ ਦੇ ਉੱਤੇ ਇੰਨੀ ਬੋਝ ਨਾ ਪਾਓ ਕਿ ਬੱਚਾ ਬਾਅਦ 'ਚੋਂ ਕਿਸੇ ਜੋਗਾ ਨਾ ਰਵੇ। ਐਂਡ ਡਿਪਰੈਸ਼ਨ ਇੱਕ ਇਹੋ ਜਿਹੀ ਚੀਜ਼ ਹੈਗੀ ਹੈ ਜਿਹੜੀ ਸਾਲੋਂ ਸਾਲ ਲੱਗ ਜਾਂਦੇ ਬੱਚਿਆਂ ਨੂੰ ਬਾਹਰ ਆਉਂਦਿਆਂ ਹੋਇਆਂ। ਸਰ ਇੱਕ ਆਖਰੀ ਸਵਾਲ ਇਸ ਮੁੱਦੇ ਉੱਤੇ ਕਿ ਜਿਹੜੇ ਉੱਥੇ ਏਜੰਟਸ ਨੂੰ ਲੱਭਦੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਸਾਡਾ ਸਟੱਡੀ ਪਰਮਿਟ ਲਗਵਾਇਆ ਜਾਵੇ ਸਪਾਊਸ ਦਾ, ਜੇ ਉਹ ਇੱਥੇ ਡਾਇਰੈਕਟਲੀ ਕਿਸੇ ਕੰਸਲਟੈਂਟ ਨਾਲ ਕੰਸਲਟ ਕਰਦੇ ਨੇ, ਕਿ ਉਹ ਵਾਲੇ ਸਟੂਡੈਂਟਸ ਇੱਥੋਂ ਨਹੀਂ ਸਿੱਧਾ ਡਾਇਰੈਕਟਲੀ ਆਪਣੀ ਲਗਵਾ ਸਕਦੇ? ਕਿਉਂ ਨਹੀਂ ਲਗਾ ਸਕਦੇ? ਐਂਡ ਅਸੀਂ ਤੇ ਰਿਪਰੈਜ਼ੈਂਟ ਵੀ ਕਰਦੇ ਹਾਂ, ਬਿਕੋਜ਼ ਉੱਥੇ ਦੇ ਜਿਹੜੇ ਏਜੰਟ ਹੈਗੇ ਨੇ 99% ਆਫ ਦੈਮ ਉਹ ਤੁਹਾਡੀ ਫਾਈਲ ਦੇ ਉੱਤੇ ਆਪਣਾ ਨਾਮ ਭਰ ਕੇ ਤੁਹਾਡੇ ਫਾਈਲ ਨਹੀਂ ਜਮ੍ਹਾਂ ਹੁੰਦੀ, ਤੁਹਾਡੇ ਨਾਮ ਤੇ ਹੀ ਫਾਈਲ ਜਮ੍ਹਾਂ ਹੁੰਦੀ ਹੈ ਐਪਲੀਕੈਂਟ ਦੇ ਨਾਮ ਤੇ, ਬਿਕੋਜ਼ ਉਹ ਆਥੋਰਾਈਜ਼ਡ ਨਹੀਂ ਹੈਗੇ ਕੈਨੇਡੀਅਨ ਸਰਕਾਰ ਵੱਲੋਂ ਕਿ ਆਪਣੀ ਫਾਈਲ ਤੁਹਾਡੇ ਜਮ੍ਹਾਂ ਕਰਾ ਸਕਣ ਆਪਣੇ ਨਾਮ ਤੋਂ। ਅਸੀਂ ਕੈਨੇਡਾ ਬੈਠੇ ਹੋਏ ਆਪਣੇ ਐਪਲੀਕੈਂਟਸ ਦੀ ਫਾਈਲ ਪੂਰੀ ਦੁਨੀਆ ਤੋਂ ਇੱਥੋਂ ਹੀ ਪੁੱਟ ਅਪ ਕਰਦੇ ਹਾਂ, ਆਪਣੇ ਰਿਪਰੈਜ਼ੈਂਟੇਸ਼ਨ ਦੇ ਅੰਦਰ ਪੁੱਟ ਅਪ ਕਰਦੇ ਹਾਂ, ਤਾਂ ਕਿ ਕੋਈ ਕਮਿਊਨੀਕੇਸ਼ਨ ਆਵੇ ਉਹ ਸਾਡੇ ਕੋਲ ਆਵੇ, ਅਸੀਂ ਜਿਹੜੀ ਚੀਜ਼ਾਂ ਹੈਗੀਆਂ ਉਹ ਐਡਰੈਸ ਕਰ ਸਕੀਏ ਉਸੇ ਤਰ੍ਹਾਂ। ਸੋ ਆਲਵੇਜ਼ ਮੈਂ ਕਹਿੰਦਾ ਜੀ ਕਿ ਜਿਹੜੇ ICCRC ਕੰਸਲਟੈਂਟਸ ਹੈਗੇ ਨੇ, ICCRC ਮੈਂਬਰਸ ਹੈਗੇ ਨੇ, ਜਾਂ ਫਿਰ ਜਿਹੜੇ ਲਾਅ ਸੁਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਹੈਗੇ ਨੇ, ਉਹਨਾਂ ਦੀ ਸੇਵਾਵਾਂ ਲਓ ਤਾਂ ਕਿ ਤੁਹਾਨੂੰ, ਬਿਕੋਜ਼ ICCRC ਜਾਂ ਲਾਅ ਸੁਸਾਇਟੀ ਗਵਰਨਿੰਗ ਬੋਡੀ ਹੈਗੀ ਹੈ ਔਰ ਰੈਗੂਲੇਟ ਕਰਦੀ ਹੈ ਆਪਣੇ ਕੰਸਲਟੈਂਟਸ ਨੂੰ, ਆਪਣੇ ਮੈਂਬਰਸ ਨੂੰ। ਐਂਡ ਉਹ ਦੇਖਦੇ ਨੇ ਕਿ ਕੋਈ ਇਹੋ ਜਿਹੀ ਚੀਜ਼ ਗਲਤ ਨਾ ਹੋਵੇ। ਜਿਹੜੇ ਏਜੰਟਾਂ ਤੁਸੀਂ ਕੰਮ ਕਰਾਉਂਦੇ ਹੋ, ਘੋਸਟ ਏਜੰਟਸ ਹੈਗੇ ਨੇ, ਉਹਨਾਂ ਨੂੰ ਤੁਸੀਂ ਕੀ ਕਰ ਸਕਦੇ ਹੋ, ਬਾਅਦ ਚੋਂ ਕੋਈ ਤੁਹਾਡੇ ਹੱਥ ਫਸ ਨਹੀਂ ਰਹਿਣਾ ਤੁਹਾਡੀ। ਬਿਲਕੁਲ ਸਰ, 25 ਲੱਖ ਦੇਣ ਨਾਲੋਂ ਬੈਟਰ ਆ ਕਿ ਪਹਿਲਾਂ ਹੀ ਇੱਕ ਵਧੀਆ ਸਲਾਹ ਲਈ ਜਾਵੇ। 50,000 ਰੁਪਇਆ ਦੇ ਕੇ ਵਿਆਹ ਕਰਾ ਕੇ ਨਾ। ਬਿਲਕੁਲ ਸਰ, ਅਗਲੇ ਟੌਪਿਕ ਦੇ ਉੱਤੇ ਆਉਂਦੇ ਹਾਂ ਆਪਾਂ ਗੱਲਬਾਤ। ਐਂਡ ਉਹ ਵੀ PR ਨਹੀਂ ਆ ਰਹੇ ਤਰਨ ਜੀ, ਉਹ ਵੀ ਪਤਾ ਨਹੀਂ ਕਿ ਪਹੁੰਚਣਗੇ ਕਿ ਨਹੀਂ ਪਹੁੰਚਣਗੇ ਵੀ ਨਾ, ਕੱਲ ਨੂੰ ਉਹ PR ਹੋਏਗੀ ਵੀ ਨਹੀਂ ਹੋਣਗੇ। ਬਿਲਕੁਲ, ਕਿਹੜੀਆਂ ਯੂਨੀਵਰਸਿਟੀਜ਼ 'ਚ ਦਾਖਲਾ ਲਿਆ ਜਾਏਗਾ ਇਹ ਵੀ ਨਹੀਂ ਪਤਾ ਕਿ ਅੱਗੇ ਜਾ ਕੇ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਵੀ ਜਾਂ ਨਹੀਂ ਮਿਲੇਗਾ। ਸੋ ਅਗਲੇ ਟੌਪਿਕ ਦੇ ਉੱਤੇ ਆਉਂਦੇ ਹਾਂ। ਗੱਲ ਇਹ ਹੈ ਕਿ ਸਰ ਬਹੁਤ ਸਾਰੇ ਇੱਥੇ ਇਸ ਵਕਤ, ਜਿਵੇਂ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ 6 ਲੱਖ ਦੇ ਕਰੀਬ ਹਰ ਸਾਲ ਜਿਹੜੇ ਇੱਥੇ ਟੈਂਪਰੇਰੀ ਰੈਜ਼ੀਡੈਂਟ ਆਉਂਦੇ ਨੇ, ਜਿਹਦੇ ਵਿੱਚ ਸਟੂਡੈਂਟਸ ਵੀ ਹੋ ਸਕਦੇ ਆ, ਵਰਕ ਪਰਮਿਟ ਹੋਲਡਰਸ ਵੀ ਹੋ ਸਕਦੇ ਆ। ਐਡੀ ਵੱਡੀ ਗਿਣਤੀ ਵਿੱਚ ਆ ਰਹੇ ਨੇ, 6 ਲੱਖ ਮਤਲਬ ਹਰ ਸਾਲ ਆ ਰਹੇ ਨੇ, ਤੇ ਇਹਦੇ ਵਿੱਚ ਕਿੰਨਿਆਂ ਕੁ ਨੂੰ PR ਮਿਲ ਜਾਂਦੀ ਆ, ਕਿੰਨਿਆਂ ਕੁ ਦਾ ਸਕੋਪ ਹੁੰਦਾ ਆ? ਤਰਨ ਹਰ ਸਾਲ 6 ਲੱਖ ਟੈਂਪਰੇਰੀ ਰੈਜ਼ੀਡੈਂਟਸ ਆਉਂਦਾ ਜੀ, ਜਿਹਦੇ ਵਿੱਚ ਸਟੂਡੈਂਟਸ ਵੀ ਹੈਗੇ ਨੇ, ਵਰਕ ਪਰਮਿਟ ਵਾਲੀ ਵੀ ਹੈਗੇ ਨੇ, ਐਂਡ ਬਿਜ਼ਨਸ ਇੰਟਰਾ ਕੰਪਨੀ ਟ੍ਰਾਂਸਫਰੀਜ਼ ਵੀ ਹੈਗੇ ਨੇ, ਸਾਰੇ ਹੈਗੇ ਨੇ। ਐਂਡ 90% ਆਫ 600,000 ਐਪਲੀਕੈਂਟਸ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲ ਜਾਂਦੀ ਹੈ। ਸਿਰਫ 10% ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਵਾਪਸ ਜਾਣਾ ਪੈਂਦਾ ਹੈਗਾ। ਤਰਨ ਇੱਕ ਚੀਜ਼ ਯਾਦ ਰੱਖਣਾ ਕਿ ਜਿਹੜੀ ਸਾਡੀ ਕੈਨੇਡੀਅਨ ਇਕੋਨਮੀ ਹੈਗੀ ਨਾ, ਅਸੀਂ ਇਮੀਗ੍ਰੈਂਟਸ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਸਾਨੂੰ ਇਮੀਗ੍ਰੈਂਟਸ ਚਾਹੀਦੇ ਨੇ ਆਪਣੇ ਬਿਜ਼ਨੈਸਿਸ ਰਨ ਕਰਨ ਵਾਸਤੇ। ਅਸੀਂ ਲੋ ਸਕਿਲਡ ਜੌਬਸ ਦੀ, ਤੁਸੀਂ ਜੌਬਸ ਦੀ ਗੱਲ ਕੀਤੀ, ਲੋ ਸਕਿਲਡ ਜੌਬਸ ਜਿਸ ਤਰ੍ਹਾਂ ਕਲੀਨਰਸ ਹੋ ਗਏ, ਟਰੱਕ ਡਰਾਈਵਰਸ ਹੋ ਗਏ, ਫਾਰਮ ਵਰਕਰਸ ਹੋ ਗਏ, ਕੰਸਟਰਕਸ਼ਨ ਵਰਕਰਸ ਹੋ ਗਏ, ਕੰਸਟਰਕਸ਼ਨ ਲੇਬਰਸ ਹੋ ਗਏ, ਜੈਨੀਟੋਰੀਅਲਸ ਹੋ ਗਏ, ਇਹਨਾਂ ਸਾਰਿਆਂ ਦੀ ਐਜੂਕੇਸ਼ਨ ਵੀ ਘੱਟ ਹੈਗੀ ਹੈ, ਬਿਕੋਜ਼ 12ਵੀਂ ਤੋਂ ਬਾਅਦ ਤਕਰੀਬਨ ਮੈਕਸਿਮਮ 12ਵੀਂ ਦੇ ਆਸ-ਪਾਸ ਅਸੀਂ ਲੈ ਕੇ ਚੱਲਦੇ ਹਾਂ। ਐਂਡ ਲੈਂਗੁਏਜ ਸਕਿੱਲਸ ਵੀ ਉਸ ਤਰ੍ਹਾਂ ਡਿਵੈਲਪ ਨਹੀਂ ਹੈਗੀਆਂ। ਬਟ ਕੈਨੇਡੀਅਨ ਸਰਕਾਰ ਵੱਲੋਂ ਇਹੋ ਜਿਹੇ ਪ੍ਰੋਗਰਾਮ ਉਲੀਕੇ ਗਏ ਨੇ, ਭਾਵੇਂ ਅਸੀਂ ਫੈਡਰਲ ਲੈਵਲ ਤੇ ਗੱਲ ਕਰੀਏ, ਐਵੇਂ ਪ੍ਰੋਵਿੰਸ਼ੀਅਲ ਲੈਵਲ ਤੇ ਗੱਲ ਕਰੀਏ, ਇਹੋ ਜਿਹੇ ਪ੍ਰੋਗਰਾਮਸ ਹੈਗੇ ਨੇ। ਐਂਡ ਈਵਨ ਇਸ ਟਾਈਮ ਤੇ ਵੀ TR to PR ਦੇ ਵਿੱਚ, ਟੈਂਪਰੇਰੀ ਰੈਜ਼ੀਡੈਂਟ ਟੂ ਪਰਮਾਨੈਂਟ ਰੈਜ਼ੀਡੈਂਸ ਦੇ ਇਹੋ ਜਿਹੇ ਪ੍ਰੋਗਰਾਮ ਚੱਲ ਰਹੇ ਨੇ, ਜਿਹਦੇ ਵਿੱਚ ਇਹੋ ਜਿਹੇ ਐਪਲੀਕੈਂਟਸ ਕੁਆਲੀਫਾਈ ਕਰ ਸਕਦੇ ਨੇ ਪਰਮਾਨੈਂਟ ਰੈਜ਼ੀਡੈਂਸੀ ਵਿਦ ਫੈਮਿਲੀ। ਸੋ ਯੈਸ, ਕੈਨੇਡੀਅਨ ਸਰਕਾਰ ਬੜੀ ਸੀਰੀਅਸ ਹੈਗੀ ਜੀ ਇਹੋ ਜਿਹੇ ਸਾਰੇ ਐਪਲੀਕੈਂਟਸ ਨੂੰ ਲੈ ਕੇ। ਜੇ ਤੁਸੀਂ ਕੈਨੇਡਾ ਵਰਕ ਪਰਮਿਟ ਤੇ ਆਂਦੇ ਹੈਗੇ ਹੋ, ਭਾਵੇਂ ਉਹ ਲੇਬਰ ਦਾ ਵਰਕ ਪਰਮਿਟ ਹੈਗਾ ਆ, ਪਹਿਲੇ ਆਪਣੇ ਕੰਸਲਟੈਂਟ ਨਾਲ ਡਿਸਕਸ ਕਰ ਲਓ ਕਿ ਇਹਦੀਆਂ ਆਪਸ਼ਨਸ ਕੀ ਹੈਗੀਆਂ, ਬਿਕੋਜ਼ ਇਹ ਪਾਇਲਟ ਪ੍ਰੋਜੈਕਟਸ ਹੈਗੇ ਨੇ, ਕਈ ਜਿਹੜੇ ਪਾਇਲਟ ਪ੍ਰੋਜੈਕਟ ਚੱਲਦੇ ਰਹਿੰਦੇ ਨੇ, ਕੁਝ ਬੰਦ ਹੋ ਜਾਂਦੇ ਨੇ। ਜੀ ਸਰ, ਇੱਕ ਕਾਲਰ ਜੁੜ ਗਏ ਨੇ, ਪਹਿਲਾਂ ਦੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ, ਤੇ ਅਸੀਂ ਐਡਮਿੰਟਨ ਤੋਂ ਬੋਲਦੇ, ਕੈਨੇਡਾ ਤੋਂ। ਜੀ ਉਸ ਕੇਸ ਹੈ ਅਟੈਕ ਜੀ, ਤੇ ਜਨਵਰੀ 2020 ਚ ਮੈਰਿਜ ਹੋਈ ਸੀ, ਤੇ ਜੂਨ 2020 2-3 ਜੂਨ ਨੂੰ ਸਾਡੀ ਫਾਈਲ ਦੇ ਨੰਬਰ ਲੱਗ ਗਿਆ ਜੀ। ਤੇ ਕੋਈ ਉਹਦੀ ਇਨਫੋਰਮੇਸ਼ਨ, ਕੋਈ ਕਿਹੜੇ ਮਹੀਨੇ ਦੇ ਚੱਲ ਰਹੇ, ਸਪੋਜ਼ ਕੇਸ ਕਿਹੜੇ ਦੇ ਨਹੀਂ ਚੱਲ ਰਹੇ, ਸਾਡੇ ਕੋਲ ਕੋਈ ਸਾਨੂੰ ਆਇਆ ਨਹੀਂ ਪਤਾ ਅਜੇ ਤੱਕ।
ਜੀ ਸਰ, ਕੁਝ ਪੁੱਛਣਾ ਹੈ, ਆਨਸਰ ਦਈਏ। ਤੁਸੀਂ ਐਪਲੀਕੇਸ਼ਨ ਆਪਣੇ ਆਪ ਲਗਾਈ ਸੀ ਜੀ, ਕਿਸੇ ਕੰਸਲਟੈਂਟ ਲਾਇਰ ਦੇ ਥਰੂ ਲਗਵਾਈ ਸੀਗੀ? ਕੰਸਲਟੈਂਟ ਤੋਂ ਲਵਾਈ ਸੀ ਇੱਥੋਂ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ। ਜੀ ਸਰ। ਤਰਨ ਜੀ, ਜੂਨ ਦੀ ਜੁਲਾਈ ਦੀ ਗੱਲ ਕਰ ਰਹੇ ਨੇ, ਉਹ ਐਪਲੀਕੇਸ਼ਨ ਦਾ ਫਾਈਲ ਨੰਬਰ ਆ ਚੁੱਕੇ ਨੇ ਜੀ। ਆਪਣੇ ਕੰਸਲਟੈਂਟ ਨਾਲ ਇੱਕ ਵਾਰੀ ਦੁਬਾਰਾ ਡਿਸਕਸ ਕਰੋ ਐਂਡ ਹੋ ਸਕਦਾ ਤੁਹਾਨੂੰ ਵੈਬ ਫਾਰਮ ਵੈਬ ਕੁਐਰੀ ਪਾਣੀ ਪਵੇ, ਬਿਕੋਜ਼ ਉਸ ਤੋਂ ਬਾਅਦ ਦੀਆਂ ਫਾਈਲਾਂ ਦੇ ਵੀ ਫਾਈਲ ਨੰਬਰ ਆ ਚੁੱਕੇ ਨੇ। ਤੇ ਸਰ, ਆਪਾਂ ਆਪਣੀ ਟੌਪਿਕ ਦੇ ਉੱਤੇ ਵਾਪਸ ਗੱਲ ਕਰੀਏ। ਬਹੁਤ ਸਾਰੇ ਇੱਥੇ ਜਿਹੜੇ ਆਉਂਦੇ ਨੇ, ਜੇ ਵਰਕ ਪਰਮਿਟ ਤੇ ਆਉਂਦੇ ਨੇ, ਹਾਈਲੀ ਕੁਆਲੀਫਾਈਡ ਹੁੰਦੇ ਨੇ, ਆਇਲਟਸ ਤੇ ਵੀ ਵਧੀਆ ਸਕੋਰ ਹੁੰਦੇ ਨੇ। ਇਸ ਤੋਂ ਇਲਾਵਾ ਉਹਨਾਂ ਦੇ ਸਕੋਰਸ ਵੀ ਵਧੀਆ ਜਾਂਦੇ ਆ ਕਿ ਉਹ ਐਕਸਪ੍ਰੈਸ ਐਂਟਰੀ ਲਈ ਕੁਆਲੀਫਾਈ ਕਰ ਸਕਦੇ ਆ, ਨੌਕ ਏ ਨੌਕ ਬੀ ਦੀ ਜੌਬ ਕਰਦੇ ਨੇ। ਪਰ ਜਿਹੜੇ ਉਹ ਲੋਕ ਹੁੰਦੇ ਨੇ ਜਿਹੜੇ ਕਿ ਇੱਥੇ ਸੀ ਜਾਂ ਡੀ ਦੀ ਜੌਬ ਕਰਦੇ ਨੇ, ਉਹਨਾਂ ਲਈ ਫਿਰ ਕੀ ਅਪਰਚੁਨਿਟੀਜ਼ ਰਹਿ ਜਾਂਦੀਆਂ ਨੇ? ਕਿਉਂਕਿ ਡਰਾ ਇਸ ਵਕਤ ਐਕਸਪ੍ਰੈਸ ਐਂਟਰੀ ਦਾ ਸੀ, ਈਸੀ ਦਾ ਵੀ ਕਾਫੀ ਵੱਡਾ ਗਿਆ ਵਾ। ਸੋ ਜਿਹੜੇ ਲੋ ਕੈਟਾਗਰੀ ਦੀਆਂ ਜੌਬਸ ਕਰਦੇ ਨੇ, ਉਹਨਾਂ ਲਈ ਕੀ ਆਪਸ਼ਨ? ਤਰਨ ਜੀ, ਇਸ ਟਾਈਮ ਤੇ ਪਾਇਲਟ ਪ੍ਰੋਜੈਕਟ ਚੱਲ ਰਹੇ ਨੇ ਐਂਡ ਅਦਰਵਾਈਜ਼ ਵੀ ਇਸ ਟਾਈਮ ਤੇ ਪ੍ਰੋਜੈਕਟਸ ਇਹੋ ਜਿਹੇ ਚੱਲ ਰਹੇ ਨੇ ਜਿਹਦੇ ਵਿੱਚ ਲੋ ਕੈਟਾਗਰੀ ਸੀ ਐਂਡ ਡੀ ਕੈਟਾਗਰੀ ਵਾਲੇ ਐਪਲੀਕੈਂਟਸ ਕੁਆਲੀਫਾਈ ਕਰਦੇ। ਪੀਐਨਪੀ ਦੇ ਵਿੱਚ ਹਰ ਟਾਈਮ ਇਹੋ ਜਿਹੀਆਂ ਆਪਸ਼ਨਸ ਚੱਲਦੀਆਂ ਰਹਿੰਦੀਆਂ। ਇਸ ਟਾਈਮ ਕੈਨੇਡਾ ਦੀ ਗੱਲ, ਓਨਟਾਰੀਓ ਦੀ ਗੱਲ ਕਰੀਏ, ਟਰੱਕ ਡਰਾਈਵਰਸ ਇਨ ਡਿਮਾਂਡ ਕੈਟਾਗਰੀ ਇਸ ਟਾਈਮ ਪੂਰੀ ਔਨ ਹੈਗੀ ਹੈ। ਸੋ ਟਰੱਕ ਡਰਾਈਵਰ ਜਿੰਨੇ ਵੀ ਹੈਗੇ ਨੇ ਜੀ, ਜਿੰਨੇ ਫਾਰਮ ਵਰਕਰਸ ਹੈਗੇ ਨੇ, ਜਿਹੜੇ ਕੰਸਟਰਕਸ਼ਨ ਵਰਕਰਸ ਹੈਗੇ ਨੇ, ਜੇ ਤੁਹਾਡਾ EMPLOYER ਕੁਆਲੀਫਾਈਡ ਹੈਗਾ ਤੇ ਤੁਹਾਡੀ ਫਾਈਲ ਅੱਜ ਵੀ ਲੱਗ ਸਕਦੀ ਹੈ ਓਨਟਾਰੀਓ ਪੀਐਨਪੀ ਦੇ ਵਿੱਚ। ਜੀ, ਇਸ ਤੋਂ ਇਲਾਵਾ ਬਾਕੀ ਵੀ ਗੱਲ ਕਰਾਂਗੇ। ਦਰਸ਼ਕ ਜੁੜ ਗਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਬਰੰਟਨ ਤੋਂ ਬੋਲ ਰਹੇ ਹਾਂ ਜੀ। ਜੀ ਦੱਸੋ ਜੀ, ਕੀ ਸਵਾਲ ਹੈ? ਹਾਂਜੀ, ਸਾਡੀ ਬੇਟੀ ਜੀ ਨਾ ਇੰਡੀਆ ਤੋਂ ਫਾਈਲ ਆਈ ਹੈ ਨੈਣੀ ਦੇ ਬੇਸ ਤੇ 4 ਦਸੰਬਰ 1998 ਦੀ ਲਾਈ ਹੋਈ ਹੈ ਜੀ। ਉਹਦੇ ਬਾਇਓਮੈਟ੍ਰਿਕ ਹੋ ਗਈ ਸੀ ਮਾਰਚ 20 ਚ ਜੀ, ਤੇ ਹੁਣ ਕੁਝ ਪਤਾ ਨਹੀਂ ਲੱਗਿਆ ਹੈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਦਾ ਤੁਹਾਡਾ। ਓਕੇ ਜੀ ਸਰ। ਭੈਣ ਜੀ, ਇਸ ਟਾਈਮ ਤੇ 2019 ਤੇ 2020 ਵਾਲੀਆਂ ਫਾਈਲਾਂ ਦੇ ਉੱਤੇ ਕੰਮ ਹੋ ਰਿਹਾ ਹੈਗਾ ਐਂਡ ਇਸ ਸਾਲ ਦਾ ਟਾਰਗੇਟ ਜਿਹੜਾ ਸੀਗਾ 1500, ਬਿਕੋਜ਼ ਸਵਾ ਸਾਲ ਤੱਕ ਕੁਝ ਵੀ ਨਹੀਂ ਹੋਇਆ ਜੀ, ਬਿਕੋਜ਼ ਆਫ ਪੈਂਡੈਮਿਕ। ਕੋਈ ਵੀਜ਼ਾ ਪੋਸਟ ਕੰਮ ਨਹੀਂ ਕੀਤਾ, ਕੋਈ ਵੀਜ਼ਾ ਨਹੀਂ ਇਸ਼ੂ ਕੀਤੇ ਗਏ, ਕੋਈ ਫਾਈਲ ਤੇ ਪ੍ਰੋਸੈਸਿੰਗ ਨਹੀਂ ਹੋਈ। ਹੁਣ ਜਿਸ ਤਰ੍ਹਾਂ ਹੀ ਖੁੱਲਣਾ ਸ਼ੁਰੂ ਹੋ ਰਿਹਾ, ਦੁਬਾਰਾ ਪ੍ਰੋਸੈਸਿੰਗ ਹੋ ਰਹੀ ਹੈ ਤੇ ਹੋਪਫੁਲੀ ਬਾਏ ਐਂਡ ਆਫ ਦਸੰਬਰ ਤੱਕ 6000 ਫਾਈਲਾਂ 2021 ਦੇ ਵਿੱਚ ਮੂਵ ਹੋਣ ਦੀਆਂ ਐਕਸਪੈਕਟੇਸ਼ਨਸ ਹੈਗੀਆਂ, ਜਿਹੜੀਆਂ 2019 ਤੇ 2020 ਦੀਆਂ ਲੱਗੀਆਂ ਹੈਗੀਆਂ। ਸੋ ਵੇਟ ਕਰੋ ਜੀ, ਬੀ ਪੇਸ਼ੈਂਟ ਐਂਡ ਹੋਪਫੁਲੀ ਜਲਦੀ ਚੀਜ਼ਾਂ ਤੁਹਾਡੀਆਂ ਮੂਵ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜੀ ਬਿਲਕੁਲ ਸਰ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ, ਉਹਨਾਂ ਦੇ ਵੀ ਅਸੀਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ, ਮੈਂ ਹੁਣੇ ਦੁਬਾਰਾ ਕਰ ਰਿਹਾ ਫੋਨ। ਮੈਂ ਤਾਂ ਇਹ ਪੁੱਛ ਰਿਹਾ ਸੀ ਉਸ ਕੇਸ ਦੇ ਕਿਹੜੇ ਮੰਥ ਦੀ ਚੱਲ ਰਹੀਆਂ ਹੈ? ਭਾਈ ਫਾਈਲ ਦੇ ਨੰਬਰ ਤਾਂ ਲੱਗ ਚੁੱਕੇ ਜੂਨ 2020 ਚ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਲਿਓ। ਹਾਂਜੀ, ਮੈਂ ਤਾਂ ਇਹੀ ਪੁੱਛਣਾ। ਸ਼ੁਕਰੀਆ ਜੀ। ਕਿ ਸਪੋਜ਼ ਕੇਸ। ਹਾਂਜੀ, ਸ਼ੁਕਰੀਆ ਜੀ। ਜੀ ਸਰ, ਕਿਹੜੀਆਂ? ਓਕੇ, ਜੇ ਫਾਈਲ ਨੰਬਰ ਆ ਚੁੱਕਾ ਹੈਗਾ ਜੀ, ਬਿਲਕੁਲ ਹੌਸਲਾ ਰੱਖੋ ਜੀ, ਬਿਕੋਜ਼ ਹਾਲੇ ਹੁਣ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਹੋਣੀਆਂ ਸ਼ੁਰੂ ਹੋਈਆਂ। ਇੰਡੀਆ ਦੀ ਜੇ ਗੱਲ ਕਰ ਰਹੇ ਹਾਂ, ਇੰਡੀਆ ਤੋਂ ਫਾਈਲਾਂ ਹੁਣ ਪ੍ਰੋਸੈਸ ਹੋਣੀਆਂ ਸ਼ੁਰੂ ਹੋ ਰਹੀਆਂ ਐਂਡ ਤੁਸੀਂ ਫਾਈਲ ਨੰਬਰ ਦੀ ਮਹੀਨੇ ਦੀ ਗੱਲ ਨਾ ਕਰੋ, ਬਿਕੋਜ਼ ਇਸ ਟਾਈਮ ਤੇ ਸਾਰਾ ਬੈਕਲੌਗਡ ਹੈਗਾ ਹੈ। ਸੋ ਹੋਪਫੁਲੀ ਵੈਰੀ ਸੂਨ ਯੂ ਵਿਲ ਹੀਅਰ ਸਮਥਿੰਗ ਬੈਕ। ਜੀ ਬਿਲਕੁਲ ਸਰ। ਕਾਲਰ ਇੱਕ ਹੋਰ ਜੁੜ ਗਏ ਨੇ, ਅਸੀਂ ਉਹਨਾਂ ਦਾ ਵੀ ਸਵਾਲ ਲੈ ਲਈਏ, ਫਿਰ ਅਸੀਂ ਆਪਣੇ ਟੌਪਿਕ ਦੇ ਉੱਤੇ ਵਾਪਸ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਮੈਂ ਸਰੀ ਤੋਂ ਬੋਲਦਾ ਜੀ। ਮੇਰਾ ਕੁਐਸਚਨ ਇਹ ਸੀਗਾ ਜੀ, ਜਿਹੜੀਆਂ ਪਹਿਲਾਂ ਨਿਊਜ਼ ਸੀਗੀ ਥੋੜੇ ਦਿਨ ਪਹਿਲਾਂ, ਹਾਂਜੀ, ਜਿਹੜੇ ਐਪਲੀਕੈਂਟ ਇਨਸਾਈਡ ਕੈਨੇਡਾ ਤੇ ਜਿਨ੍ਹਾਂ ਦਾ ਸਪਾਊਸ ਆਊਟਸਾਈਡ ਕੈਨੇਡਾ ਤੋਂ ਆ, ਕਿ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਹੋਲਡ ਤੇ ਪਾਤੀਆਂ ਸੀਗੀਆਂ ਜੀ। ਤੇ ਹੁਣ ਜਿੱਦਾਂ ਕਿ OPR ਵਾਲਿਆਂ ਨੂੰ ਇਜਾਜ਼ਤ ਮਿਲੀ ਤੇ ਉਹ ਫਾਈਲਾਂ ਪ੍ਰੋਸੈਸ ਹੋਈਆਂ ਕਿ ਨਹੀਂ? ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ। ਤੇ ਹਾਂਜੀ, ਕੁਝ ਹੋਰ ਵੀ ਸਵਾਲ ਹੈ ਜਾਂ ਇਹੀ ਹੈ ਇਕੱਲਾ ਸਵਾਲ ਤੁਹਾਡਾ? ਤੇ ਮੇਰਾ ਜਵਾਬ ਇਹ ਹੈ ਕਿ ਮੈਂ ਇਸ ਵੇਲੇ ਟਰੱਕ ਚਲਾ ਰਿਹਾ, ਮੇਰਾ ਆਨਸਰ ਉਹਦੇ ਉੱਤੇ ਦੇ ਦਿੱਤਾ ਜਾਵੇ ਤੇ ਮੈਂ ਬਾਅਦ ਦੇ ਵਿੱਚ ਉਹ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਲਿਓ। ਸ਼ੁਕਰੀਆ ਕਾਲ ਕਰਨ ਲਈ ਤੁਹਾਡਾ। ਜੀ ਸਰ। ਹਾਲੇ ਆਪਸ਼ਨਸ ਇੰਡੀਆ ਤੋਂ ਮੂਵ ਹੋਣੀਆਂ ਹੁਣ ਸ਼ੁਰੂ ਹੋਣਗੀਆਂ ਜੀ, ਪ੍ਰੋਸੈਸਿੰਗ ਹਾਲੇ ਸ਼ੁਰੂ ਹੋਈ ਹੈ ਤੇ ਹੋਪਫੁਲੀ ਜਦੋਂ ਇੰਡੀਆ ਦੀ, ਬਿਕੋਜ਼ ਟਰੈਵਲ ਰਿਸਟ੍ਰਿਕਸ਼ਨਸ ਟੋਟਲ ਲਿਫਟ ਹੋ ਗਈਆਂ ਇੰਡੀਆ ਤੋਂ ਡਾਇਰੈਕਟ ਫਲਾਈਟਸ ਦੀਆਂ, ਉਸ ਤੋਂ ਬਾਅਦ ਤੁਹਾਡੀਆਂ ਫਾਈਲਾਂ ਪ੍ਰੋਸੈਸਿੰਗ ਤੇ ਆਉਣੀਆਂ। ਸੋ ਜਿਹੜੇ ਦੇ ਸਪਾਊਸ ਬਾਹਰ ਸੀਗੇ ਉਹ ਐਂਡ ਉਹ ਪਾਰਟ ਆਫ ਦਾ ਐਪਲੀਕੇਸ਼ਨ ਸੀਗੇ, ਜੇ ਤੇ ਨਾਨ ਕੰਪਨੀਆਂ ਸੀਗੇ ਉਹਨਾਂ ਦੀਆਂ ਫਾਈਲਾਂ ਪ੍ਰੋਸੈਸ ਹੋ ਜਾਂਦੀਆਂ, ਜਿਹੜੀਆਂ ਕੰਪਨੀਆਂ ਸੀਗੇ ਉਹਨਾਂ ਦੀਆਂ ਫਾਈਲਾਂ ਹੋਲਡ ਤੇ ਹੈਗੀਆਂ। ਤੇ ਹੁਣ ਜਿਸ ਤਰ੍ਹਾਂ ਹੀ ਟਰੈਵਲ ਰਿਸਟ੍ਰਿਕਸ਼ਨਸ ਇੰਡੀਆ ਤੋਂ ਖਤਮ ਹੋਣਗੀਆਂ, ਇੰਡੀਆ ਦੇ ਵੀਜ਼ਾ ਪ੍ਰੋਸੈਸਿੰਗ ਸੈਂਟਰਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਤੇ ਵੈਰੀ ਸੂਨ ਯੂ ਵਿਲ ਹੀਅਰ ਸਮਥਿੰਗ। ਬਿਲਕੁਲ ਸਰ, ਤੇ ਉਮੀਦ ਕਰਦੇ ਹਾਂ ਜੀ ਟਰੱਕ ਚਲਾਉਂਦੇ ਹੋਏ ਫੋਨ ਥੋੜਾ ਘੱਟ ਯੂਜ਼ ਕਰਿਓ। ਤੇ ਸਰ, ਆਪਾਂ ਗੱਲ ਕਰ ਰਹੇ ਸੀਗੇ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ, ਟਰੱਕ ਡਰਾਈਵਰਸ ਦੀ ਤੁਸੀਂ ਆਪਸ਼ਨਸ ਦੀ ਗੱਲ ਕੀਤੀ ਸੀ ਕਿ ਉਹਨਾਂ ਦੇ ਕੋਲ ਇਸ ਵਕਤ ਓਨਟਾਰੀਓ ਦੇ ਵਿੱਚ ਹਾਈ ਡਿਮਾਂਡ ਤੇ ਨੇ ਇਸ ਵਕਤ ਉਹ। ਤਰਨ ਜੀ, ਕਾਫੀ ਸਾਰੇ ਆਕੂਪੇਸ਼ਨਸ ਹੈਗੇ ਨੇ ਜਿਹੜੇ ਇਸ ਟਾਈਮ ਹਾਈ ਡਿਮਾਂਡ ਕੈਟਾਗਰੀ ਦੇ ਵਿੱਚ ਹੈਗੇ ਨੇ ਓਨਟਾਰੀਓ ਦੇ ਵਿੱਚ। ਉਹਦੇ ਵਿੱਚ ਟਰੱਕ ਡਰਾਈਵਰਸ ਆਉਂਦੇ ਨੇ, ਉਹਦੇ ਵਿੱਚ ਕੰਸਟਰਕਸ਼ਨ ਵਰਕਰਸ, ਕੰਸਟਰਕਸ਼ਨ ਲੇਬਰਸ ਆਉਂਦੀਆਂ ਹੈਗੀਆਂ। ਉਸ ਤੋਂ ਬਾਅਦ ਈਵਨ ਫਾਰਮ ਵਰਕਰਸ,
ਭਾਵੇਂ ਤੁਸੀਂ ਕੈਟਲ ਫਾਰਮ ਦੇ ਵਿੱਚ ਕੰਮ ਕਰ ਰਹੇ ਹੋ, ਭਾਵੇਂ ਗ੍ਰੀਨ ਹਾਊਸ ਦੇ ਵਿੱਚ ਕੰਮ ਕਰ ਰਹੇ ਹੋ, ਫਾਰਮ ਦੇ ਵਿੱਚ ਕੰਮ ਕਰ ਰਹੇ ਹੋ, ਤੁਸੀਂ ਕੁਆਲੀਫਾਈ ਕਰਦੇ ਹੋ। ਇਸੇ ਤਰ੍ਹਾਂ ਨਰਸ ਆਰਡਲੀਜ਼ ਆ ਜਾਂਦੀਆਂ ਜਿਹੜੀਆਂ ਜਿਹੜੇ ਘਰ ਦੇ ਵਿੱਚ ਆ ਕੇ ਕਿਸੇ ਲੁੱਕ ਆਫਟਰ ਕਰਦੀ ਹੈਗੇ ਨੇ ਹੋਮ ਕੇਅਰ ਵਾਸਤੇ, ਉਹ ਵੀ ਇਸ ਟਾਈਮ ਕੁਆਲੀਫਾਈਡ ਹੈਗੇ ਨੇ ਜੀ। ਸੋ ਇਨ ਡਿਮਾਂਡ ਕੈਟੇਗਰੀ ਦੇ ਵਿੱਚ ਐਪਲੀਕੇਸ਼ਨਸ ਲੱਗ ਸਕਦੀਆਂ, ਤੁਸੀਂ ਲਗਾ ਸਕਦੇ ਹੋ। ਔਰ ਖਾਸ ਕਰ ਜਿਹੜੇ ਟਰੱਕ ਡਰਾਈਵਰ ਇਸ ਟਾਈਮ ਓਨਟਾਰੀਓ ਦੇ ਵਿੱਚ ਹੈਗੇ ਜਿਨ੍ਹਾਂ ਦੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਹੈ, ਯੂ ਮਸਟ ਪੁੱਟ ਦਿਸ ਐਪਲੀਕੇਸ਼ਨ ਡਾਊਨ, ਬਿਕੋਜ਼ ਜੇ ਤੁਹਾਡਾ EMPLOYER ਕੁਆਲੀਫਾਈ ਕਰਦਾ ਤਾਂ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਪੋਸੀਬਲ ਹੈ। ਅਦਰਵਾਈਜ਼ ਵੀ ਤੁਸੀਂ TR to PR ਦੇ ਵਿੱਚ ਤੁਹਾਡੀ ਐਪਲੀਕੇਸ਼ਨ ਲੱਗ ਸਕਦੀ ਹੈ, ਪ੍ਰੋਵਾਈਡਡ ਤੁਹਾਡੇ ਕੋਲ ਐਕਸਪੀਰੀਅੰਸ ਹੋਵੇ। ਗ੍ਰੇਡ 12 ਚਾਹੀਦਾ ਆ, ਬੇਸਿਕ IELTS ਸਕੋਰ 4 ਬੈਂਡ ਦਾ ਚਾਹੀਦਾ ਹੈ, ਤੇ ਤੁਹਾਡੀ ਐਪਲੀਕੇਸ਼ਨ ਪਰਮਾਨੈਂਟ ਰੈਜ਼ੀਡੈਂਸੀ ਦੀ ਵਿਦ ਫੈਮਿਲੀ ਪ੍ਰੋਸੈਸ ਹੋ ਸਕਦੀ ਹੈ। ਸੋ ਜਿਹੜੀਆਂ ਆਪਸ਼ਨਸ ਤੁਹਾਡੇ ਕੋਲ ਅਵੇਲੇਬਲ ਹੈਗੀਆਂ ਉਹਦਾ ਫਾਇਦਾ ਚੱਕੋ। ਐਂਡ ਓਪਰਚੁਨਿਟੀਜ਼ ਜਿਹੜੀਆਂ ਹੁੰਦੀਆਂ ਨਾ ਬਾਰ-ਬਾਰ ਨਹੀਂ ਆਉਂਦੀਆਂ। ਇਸੇ ਤਰ੍ਹਾਂ ਤਰਨ ਜੀ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਸਟੂਡੈਂਟਸ ਦੀ 40,000 ਦੀ ਐਪਲੀਕੇਸ਼ਨਸ ਲੱਗੀਆਂ ਸੀ, ਵਿਦਿਨ 24 ਆਵਰਸ ਉਹ ਐਪਲੀਕੇਸ਼ਨਸ ਪੂਰੀਆਂ ਹੋ ਗਈਆਂ ਸੀਗੀਆਂ। ਸੋ ਬਹੁਤ ਸਾਰੇ ਸਟੂਡੈਂਟ ਇਸ ਕਰਕੇ ਰਹਿ ਗਏ ਕਿਉਂਕਿ ਉਹ ਸੋਚਦੇ ਰਹਿ ਗਏ ਕਿ IELTS ਦਈਏ, ਹਾਲੇ ਦੇਣ ਦੀ ਕੀ ਸਾਨੂੰ ਕੀ ਲੋੜ ਹੈਗੀ ਹੈ। ਤੇ ਉਸੇ ਚੱਕਰ ਦੇ ਵਿੱਚ ਜਦੋਂ ਓਪਰਚੁਨਿਟੀ ਆਵੇ ਨਾ, ਯੂ ਮਸਟ ਗ੍ਰੈਬ ਦੈਟ। ਅੱਜ ਦੀ ਤਰੀਕ ਦੇ ਵਿੱਚ ਤੁਹਾਡੇ ਜੇ ਤੁਸੀਂ ਮੈਡੀਕਲ ਲਾਈਨ ਦੇ ਵਿੱਚ ਹੈਗੇ ਹੋ ਤਾਂ ਵੀ ਤੁਹਾਡੇ ਵਾਸਤੇ ਆਪਸ਼ਨ ਐਗਜ਼ਿਸਟ ਕਰਦੀਆਂ। ਜੇ ਮੈਡੀਕਲ ਲਾਈਨ ਦੇ ਵਿੱਚ ਨਹੀਂ ਹੈਗੇ, 1 ਸਾਲ ਦਾ ਐਕਸਪੀਰੀਅੰਸ ਹੋ ਗਿਆ, ਤਾਂ ਵੀ ਤੁਹਾਡੇ ਵਾਸਤੇ ਆਪਸ਼ਨ ਐਗਜ਼ਿਸਟ ਕਰਦੀਆਂ। ਸਿਰਫ 1560 ਘੰਟਿਆਂ ਦਾ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ, ਐਂਡ ਤੁਹਾਡੀ ਐਪਲੀਕੇਸ਼ਨ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਇਸ ਟਾਈਮ ਤੇ ਜਾ ਸਕਦੀ ਹੈ। ਈਵਨ ਕੈਸ਼ੀਅਰ, ਕਦੀ ਸੋਚਿਆ ਸੀਗਾ ਕਿ ਕੈਸ਼ੀਅਰ ਦੇ ਤੌਰ ਤੇ ਤੁਸੀਂ ਗੈਸ ਸਟੇਸ਼ਨ ਅਟੈਂਡੈਂਟ ਹੈਗੇ ਹੋ, ਕੈਸ਼ੀਅਰ ਹੈਗੇ ਹੋ, ਤੇ ਤੁਹਾਡੀ ਫਾਈਲ ਪਰਮਾਨੈਂਟ ਰੈਜ਼ੀਡੈਂਸੀ ਦੀ ਸਟ੍ਰੇਟ ਅਵੇ ਜਾ ਸਕਦੀ ਹੈ। ਇਸ ਕੈਟੇਗਰੀ ਦੇ ਵਿੱਚ TR to PR ਦੇ ਵਿੱਚ ਤੁਹਾਡੀ ਐਪਲੀਕੇਸ਼ਨ ਇਸ ਕੈਟੇਗਰੀ ਦੇ ਵਿੱਚ ਵੀ ਜਾ ਸਕਦੀ ਹੈ। ਸੋ ਇਸ ਟਾਈਮ ਤੇ ਗਵਰਨਮੈਂਟ ਬਹੁਤ ਸਾਰੀਆਂ ਸਹੂਲਤਾਂ ਦੇ ਰਹੀ ਹੈਗੀ ਹੈ ਉਹਨਾਂ ਐਪਲੀਕੈਂਟਸ ਤੇ ਜਿਹੜੇ ਕਿ ਐਪਲੀਕੈਂਟਸ ਵਿਦਿਨ ਕੈਨੇਡਾ ਪ੍ਰੈਜ਼ੈਂਟ ਹੈਗੇ ਨੇ, ਜਿਨ੍ਹਾਂ ਨੂੰ 1 ਸਾਲ 1560 ਘੰਟਿਆਂ ਦਾ ਐਕਸਪੀਰੀਅੰਸ ਹੈਗਾ। ਜੇ ਤੁਸੀਂ ਇਹੋ ਜਿਹੇ ਐਪਲੀਕੈਂਟ ਹੈਗੇ ਹੋ ਜਿਹਦੇ ਕੋਲ ਇਹੋ ਜਿਹਾ ਐਕਸਪੀਰੀਅੰਸ ਹੈ, ਇਹ ਓਪਰਚੁਨਿਟੀਜ਼ ਨਾ ਜਾਣ ਦਿਓ, ਗ੍ਰੈਬ ਥੀਸ ਓਪਰਚੁਨਿਟੀਜ਼। ਸਰ ਇੱਥੇ ਤਾਂ ਬਹੁਤ ਸਾਰੇ ਪਾਇਲਟ ਪ੍ਰੋਜੈਕਟ ਸਰਕਾਰ ਨੇ ਸ਼ੁਰੂ ਕੀਤੇ ਨੇ, CEC ਦੇ ਇੱਥੇ ਡਰਾਸ ਨਿਕਲੇ ਨੇ, ਪਰ ਜਿਹੜੇ ਇਸ ਵਕਤ ਵਿਦੇਸ਼ੀ ਵਰਕਰਸ ਹੈਗੇ ਨੇ ਕਿ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਹੋ ਰਹੀਆਂ ਨੇ, ਜਿਹੜੀਆਂ ਜਿਵੇਂ ਅਸੀਂ ਐਸੈਂਸ਼ੀਅਲ ਦੀ ਗੱਲ ਕਰ ਲਈਏ, ਟਰੱਕ ਡਰਾਈਵਰਸ ਇਸ ਵਕਤ ਹਾਈ ਡਿਮਾਂਡ ਤੇ ਨੇ, ਜਾਂ ਫਿਰ ਫਾਰਮ ਵਰਕਰਸ ਦੀ ਗੱਲ ਕਰ ਲਈਏ, ਸੀਜ਼ਨ ਇਹੋ ਜਿਹਾ ਹੈਗਾ ਕਿ ਫਾਰਮ ਵਰਕਰਸ ਦੀ ਜ਼ਰੂਰਤ ਹੈਗੀ ਆ, ਕਿ ਇਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਹੋ ਰਹੀਆਂ ਨੇ। ਤਰਨ ਜੀ ਸਿਰਫ ਇੰਡੀਆ ਤੋਂ ਫਾਈਲ ਥੋੜ੍ਹੀਆਂ ਜਿਹੀਆਂ ਘੱਟ ਮੂਵ ਹੋ ਰਹੀਆਂ, ਬਟ ਅਸੀਂ ਮਿਡਲ ਈਸਟ ਦੀ ਗੱਲ ਕਰੀਏ, ਪਾਕਿਸਤਾਨ ਦੀ ਗੱਲ ਕਰੀਏ, ਯੂਰਪ ਇੰਟਾਇਰ ਦੀ ਗੱਲ ਕਰੀਏ, ਆਸਟ੍ਰੇਲੀਆ ਨਿਊਜ਼ੀਲੈਂਡ ਦੀ ਗੱਲ ਕਰੀਏ, LMIA ਵਰਕ ਪਰਮਿਟ, ਸਾਰੀਆਂ ਐਪਲੀਕੇਸ਼ਨ ਮੂਵ ਹੋ ਰਹੀਆਂ ਹੈਗੀਆਂ। ਸੋ ਜੇ ਤੁਸੀਂ ਇਸ ਟਾਈਮ ਇਹਨਾਂ ਮੁਲਕਾਂ ਤੋਂ ਹੈਗੇ ਹੋ, ਤੁਹਾਡੀ LMIA, ਤੁਹਾਡੀ ਵਰਕ ਪਰਮਿਟ ਦੀ ਐਪਲੀਕੇਸ਼ਨ ਮੂਵ ਹੋ ਸਕਦੀ ਹੈਗੀ ਹੈ। ਐਂਡ ਖਾਸ ਕਰ ਹੌਸਪਿਟੈਲਿਟੀ, ਬਿਕੋਜ਼ ਅਸੀਂ ਇਸ ਪੈਂਡੈਮਿਕ ਦੇ ਵਿੱਚ ਦੇਖਿਆ ਹੈਗਾ ਕਿ ਜਿਹੜਾ ਟੇਕ ਆਊਟ ਬਿਜ਼ਨਸ ਸੀ ਉਹ ਡਰਾਸਟਿਕਲੀ ਗਰੋ ਕੀਤਾ ਹੈਗਾ ਬਿਜ਼ਨਸਮੈਨ ਦਾ। ਸੋ ਦੇ ਆਰ ਸ਼ਾਰਟ ਆਫ ਸਟਾਫ, ਲੇਬਰ ਉਹਨਾਂ ਕੋਲ ਨਹੀਂ ਅਵੇਲੇਬਲ ਹੈਗੀ ਹੈ। ਸੋ ਜੇ ਤੁਹਾਡੇ ਕੋਲ ਕੁੱਕ, ਸ਼ੈਫ ਦਾ, ਰੈਸਟੋਰੈਂਟ ਮੈਨੇਜਰ ਦਾ, ਰੈਸਟੋਰੈਂਟ ਸੁਪਰਵਾਈਜ਼ਰ ਦਾ ਐਕਸਪੀਰੀਅੰਸ ਹੈਗਾ, ਲਾਈਨ ਕੁੱਕ ਦਾ ਐਕਸਪੀਰੀਅੰਸ ਹੈਗਾ, ਤੁਸੀਂ ਆਪਣਾ CV ਸਾਨੂੰ ਫਾਰਵਰਡ ਕਰ ਸਕਦੇ ਹੋ, ਐਂਡ ਵੀ ਕੈਨ ਹੈਵ ਯੂ ਇੰਟਰਵਿਊਡ ਵਿਦ ਦ EMPLOYER। ਬਿਲਕੁਲ ਸਰ, ਨੈਕਸਟ ਕਾਲਰ ਜੁੜ ਗਏ ਨੇ, ਫਿਰ ਇਸ ਤੋਂ ਬਾਅਦ ਮੈਂ ਅਗਲਾ ਸਵਾਲ ਪੁੱਛਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਬੇਟਾ, ਮੈਂ ਅੰਮ੍ਰਿਤਸਰ ਤੋਂ ਗੱਲ ਕਰਦਾ ਜੀ ਸਰ, ਦੱਸੋ ਜੀ ਕੀ ਸਵਾਲ ਹੈ? ਬੇਟਾ ਮੈਂ ਕੇਅਰ ਗਿਵਰ ਦੀ ਮੇਰੀ ਬੇਟੀ ਦੀ ਫਾਈਲ ਆਈ ਸੀਗੀ ਮਾਰਚ ਦੇ ਵਿੱਚ 2020 ਚ, ਤੇ ਉਹਨਾਂ ਦੀ ਇਸੇ ਮਾਰਚ ਦੇ ਵਿੱਚ ਇੱਕ ਫਾਈਲ ਨੰਬਰ ਜਿਹਾ ਦਾ ਆਇਆ, ਕੋਈ ਅਪਡੇਟ ਨਹੀਂ ਆਇਆ। ਥੋੜਾ ਚੰਗੀ ਤਰ੍ਹਾਂ ਸਮਝਾਓ ਕਿੰਨੀ ਕੁ ਦੇਰ ਤੱਕ ਉਹਨਾਂ ਦੇ ਵੀਜ਼ੇ ਦਾ ਕੰਮ ਹੋ ਸਕਦਾ। ਜੀ ਸਰ, ਆਪਾਂ ਆਨਸਰ ਦਈਏ ਨਾ ਜੀ, TV ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਤੁਸੀਂ ਕਾਲ ਕੀਤੀ ਹੈ ਜੀ ਸਰ। ਵੀਰ ਜੀ, ਹਲੇ ਐਪਲੀਕੇਸ਼ਨਸ ਨੂੰ ਟਾਈਮ ਲੱਗੇਗਾ, ਬਿਕੋਜ਼ ਇੰਡੀਆ ਤੋਂ ਪ੍ਰੋਸੈਸਿੰਗ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਉਸ ਤਰ੍ਹਾਂ ਨਹੀਂ ਇਸ਼ੂ ਹੋ ਰਹੀ। ਹਲੇ ਪਾਸਪੋਰਟ ਤੁਹਾਨੂੰ ਰਿਕੁਆਇਰਮੈਂਟਸ ਆਉਂਦੇ ਆ, ਇੰਟਰਵਿਊਜ਼ ਆਉਂਦੇ ਆ, ਹਲੇ ਟਾਈਮ ਲੱਗੇਗਾ। ਬਾਏ ਦਾ ਐਂਡ ਆਫ ਦਿਸ ਈਅਰ ਤੁਸੀਂ ਟੈਕਨੀਕਲੀ ਤੁਹਾਨੂੰ ਸਹੀ ਮਹੀਨਿਆਂ ਦੇ ਵਿੱਚ ਵੀਜ਼ਾ ਪ੍ਰੋਸੈਸਿੰਗ ਦੀ ਕੰਮ ਹੁੰਦਿਆਂ ਤੁਸੀਂ ਦੇਖੋਗੇ। ਐਟਲੀਸਟ 1 ਕੁਆਟਰ ਹੋਰ, ਅਗਸਤ ਤੱਕ ਇਸੇ ਤਰ੍ਹਾਂ ਸਲੋਲੀ ਚੱਲਦਾ ਰਹੇਗਾ। ਜਦੋਂ ਟਰੈਵਲ ਰਿਸਟ੍ਰਿਕਸ਼ਨਸ ਇੰਡੀਆ ਤੋਂ ਖਤਮ ਹੋ ਗਈਆਂ ਤਾਂ ਹੀ ਵਰਕ ਪਰਮਿਟ ਤੇ ਵੀਜ਼ੇ ਲੱਗਣੇ, ਸਟੈਂਪਿੰਗ ਹੋਣੀ ਸ਼ੁਰੂ ਹੋਏਗੀ। ਉਸ ਤੋਂ ਪਹਿਲਾਂ ਕੋਈ ਵੀ ਸਟੈਂਪਿੰਗ ਉਸ ਤੋਂ ਪਹਿਲਾਂ ਨਹੀਂ ਹੋਏਗੀ। ਸਰ, ਉਹ ਕਿਹੜੇ ਟਾਈਮ ਪੀਰੀਅਡ ਦੇ ਵਿੱਚ ਐਪਲੀਕੇਸ਼ਨਸ ਲੱਗੀਆਂ ਸੀ ਨੈਨੀ ਕੇਅਰ ਗਿਵਰਸ ਦੀਆਂ, ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਹੁਣ ਸਿੱਧਾ ਡਾਇਰੈਕਟਲੀ ਪਹਿਲਾਂ PR ਤੇ ਤੁਹਾਡਾ ਫੈਸਲਾ ਹੋਏਗਾ, ਤੁਸੀਂ ਇਹ PR ਹੀ ਇੱਥੇ ਲੈਂਡ ਕਰੋਗੇ? ਨਹੀਂ ਤਰਨ, ਉਹ ਬੇਸਿਕਲੀ ਜਿਹੜੀਆਂ ਨਵੇਂ ਚੇਂਜਸ ਤੋਂ ਬਾਅਦ ਜਦੋਂ ਐਪਲੀਕੇਸ਼ਨਸ ਲੱਗੀਆਂ ਨਵੀਂ ਸਟਰੀਮਸ ਦੇ ਵਿੱਚ, ਜਿਹਦੇ ਵਿੱਚ ਚਾਈਲਡ ਕੇਅਰ ਦੇ ਤੌਰ ਤੇ ਜਾਂ ਤੁਸੀਂ ਹੋਮ ਸਪੋਰਟ ਵਰਕਰ ਦੇ ਤੌਰ ਤੇ ਆ ਸਕਦੇ ਸੀਗੇ, ਉਸ ਕੈਟੇਗਰੀ ਦੇ ਵਿੱਚ, ਉਸ ਸਟਰੀਮ ਦੇ ਵਿੱਚ ਤੁਹਾਡੀ ਫੈਮਿਲੀ ਨੂੰ ਨਾਲ ਹੀ ਟੈਂਪਰੇਰੀ ਵੀਜ਼ਾ ਦਿੱਤਾ ਜਾਂਦਾ ਹੈਗਾ। ਤੁਹਾਨੂੰ ਵਰਕ ਪਰਮਿਟ ਐਪਲੀਕੈਂਟ ਨੂੰ ਦਿੱਤਾ ਜਾਂਦਾ ਹੈ, ਤੁਹਾਡੇ ਸਪਾਊਸ ਨੂੰ ਤੇ ਤੁਹਾਡੇ ਬੱਚਿਆਂ ਨੂੰ ਡਿਪੈਂਡੈਂਟ ਵੀਜ਼ਾਸ ਦਿੱਤੇ ਜਾਂਦੇ ਨੇ। ਬੱਚੇ ਆ ਕੇ ਪੜ੍ਹ ਸਕਦੇ ਨੇ,
ਸਪਾਊਸ ਇੱਥੇ ਆ ਕੇ ਓਪਨ ਵਰਕ ਪਰਮਿਟ ਤੇ ਕੰਮ ਕਰ ਸਕਦਾ। ਸੋ ਬੇਸਿਕਲੀ ਉਹਨਾਂ ਦੀ ਇੰਟੀਗ੍ਰੇਸ਼ਨ ਇਨਟੂ ਦਾ ਸੋਸਾਇਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਬਟ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਜਿਹੜੀ ਐਪਲੀਕੇਸ਼ਨ ਪ੍ਰੋਸੈਸ ਹੋਏਗੀ ਉਹ 2 ਸਾਲ ਦੇ ਕੈਨੇਡੀਅਨ ਐਕਸਪੀਰੀਅੰਸ ਖਤਮ ਹੋਣ ਤੋਂ ਬਾਅਦ ਪ੍ਰੋਸੈਸ ਹੋਏਗਾ। ਬਿਲਕੁਲ ਸਰ, ਇੱਕ ਇਹ ਵੀ ਕਿਹਾ ਜਾ ਰਿਹਾ ਸੀ 1500 ਐਪਲੀਕੇਸ਼ਨਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਹੁਣ ਫਾਸਟ ਟਰੈਕ ਕਰਕੇ ਤੇ ਉਹਨਾਂ ਤੇ ਫੈਸਲਾ ਲਿਆ ਜਾਵੇਗਾ, ਉਹ ਕਿਹੜੀਆਂ ਹੋ ਸਕਦੀਆਂ ਨੇ, ਇਹਦੇ ਵਿੱਚ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਜੀ ਹਾਂਜੀ, ਅਸੀਂ ਇਹ ਪਤਾ ਕਰਨਾ ਸੀਗਾ ਪਾਸਪੋਰਟ ਦੀ ਰਿਕੁਆਇਰਮੈਂਟ ਆਈ ਹੋਈ ਹੈ ਤੇ ਉਹ ਸਰਵਿਸ ਜਿਹੜੀਆਂ ਬੰਦ ਹੈ ਤੇ ਉਹ ਕਦੋਂ ਤੱਕ ਖੁੱਲਣਗੀਆਂ ਇੰਡੀਆ ਦੀਆਂ ਪਰਮਨੈਂਟ ਰੈਜ਼ੀਡੈਂਸ ਦੀ? ਕਿੱਥੋਂ ਦੀ ਗੱਲ ਕਰ ਰਹੇ ਸੀ, ਮੈਨੂੰ ਸਵਾਲ? ਤੁਸੀਂ ਇੰਡੀਆ ਤੋਂ ਇੰਡੀਆ ਦੀ ਕਿਸ ਸਟਰੀਮ ਦੀ ਗੱਲ ਕਰ ਰਹੇ ਹੋ ਜੀ? ਨਹੀਂ, ਇੰਡੀਆ ਦੀ ਪਰਮਾਨੈਂਟ ਫਾਈਲ ਆਈ ਹੋਈ ਆ ਤੇ ਪੇਰੈਂਟਸ ਦੀ ਉਹ ਉਹਨਾਂ ਦੀ ਹਾਂਜੀ ਆਈ ਹੋਈ ਆ ਉਹਨਾਂ ਦੀ ਪੇਰੈਂਟਸ ਦੀ। ਤੁਸੀਂ ਪੇਰੈਂਟਸ ਪੀਆਰ ਦੀ ਫਾਈਲ ਕਰ ਰਹੇ ਹੋ ਕਿ ਜਿਹੜਾ ਲੋਟਰੀ ਦੇ ਵਿੱਚ ਆਇਆ ਸੀ, ਨਾਮ ਆ ਗਿਆ ਹੋਣਾ ਤੇ ਹੁਣ ਪਾਸਪੋਰਟ ਦੀ ਰਿਕੁਐਸਟ ਆਈ ਹੋਈ ਆ? ਹਾਂਜੀ ਸਬਮਿਟ ਕਰਨ ਦਾ, ਹਾਂਜੀ ਸਾਰਾ ਹੋਇਆ ਹੋਇਆ, ਮੈਡੀਕਲ ਵਗੈਰਾ ਹੋਇਆ ਹੋਇਆ ਸਾਰਾ ਕੁਝ ਆਪਾਂ ਸਬਮਿਟ ਹੋਈ ਆ। ਠੀਕ ਹੈ ਜੀ, ਤੁਸੀਂ ਟੀਵੀ ਤੇ ਆਨਸਰ ਸੁਣ ਲਿਓ ਜੀ। ਸ਼ੁਕਰੀਆ ਕਾਲ ਕਰਨ ਦੀ। ਕਾਲਰ ਇੱਕ ਹੋਰ ਜੁੜ ਗਏ ਨੇ, ਉਹਨਾਂ ਦੀ ਪਹਿਲਾਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਬਰਪਟਾ ਤੋਂ ਬੋਲਦੇ ਆ ਜੀ। ਜੀ ਦੱਸੋ ਜੀ, ਕੀ ਸਵਾਲ ਹੈ? ਸਵਾਲ ਹੈਗਾ ਜੀ, ਜਿੱਦਾਂ ਹੁਣ ਬੱਚਿਆਂ ਦੇ ਪੇਰੈਂਟਸ ਆਏ ਵਾ 10 ਸਾਲ ਦੇ ਵੀਜ਼ਿਆਂ ਤੇ, ਜਿੱਦਾਂ ਉਹ ਸੁਪਰ ਵੀਜ਼ੇ ਤੇ, ਉਹ ਇੱਥੇ ਲੈਸੀ ਸਿਸਟਮ ਜਾਂ ਪਰਮਾਨੈਂਟ ਦਾ ਕੋਈ ਕੀ ਹੈ, ਕੋਈ ਇਹਨਾਂ ਦਾ ਪ੍ਰੋਗਰਾਮ ਕੋਈ? ਸਰ ਪੇਰੈਂਟਸ ਦੀ ਪੀਆਰ ਦੀ ਗੱਲ ਕਰ ਰਹੇ ਨੇ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ, ਤੁਸੀਂ ਕਾਲ ਕੀਤੀ ਆ। ਸਰ ਪਹਿਲਾਂ ਜਿਨ੍ਹਾਂ ਦੀ ਪਾਸਪੋਰਟ ਰਿਕੁਐਸਟ ਦੀ ਗੱਲ ਆਈ ਸੀ, ਸਰ ਜਿਹੜੇ ਲਾਸਟ ਈਅਰ ਪਾਸਪੋਰਟ ਮੰਗੇ ਗਏ ਸੀਗੇ ਐਂਡ ਟੈਕਨੀਕਲੀ ਵੀਜ਼ਾ ਕਾਉਂਸਲੇਟਸ ਬੰਦ ਹੋਣ ਕਰਕੇ ਵਾਪਸ ਆ ਗਏ ਸੀ, ਉਹਨਾਂ ਦੇ ਇਸ ਟਾਈਮ ਤੇ ਪਾਸਪੋਰਟ ਮੰਗੇ ਜਾ ਰਹੇ ਨੇ। ਐਂਡ ਕੁਝ ਇੱਕ ਫਾਈਲ ਜਿਹੜੀਆਂ ਲਾਸਟ ਸਟੇਜਸ ਤੇ ਸੀਗੀਆਂ ਉਹਨਾਂ ਦੇ ਪਾਸਪੋਰਟ ਲਿੱਤੇ ਗਏ ਨੇ। ਸੋ ਬਿਲਕੁਲ ਜੀ, ਆਪਣੇ ਪਾਸਪੋਰਟ ਤੁਸੀਂ ਭੇਜ ਸਕਦੇ ਹੋ, ਤਾਂ ਕੋਰੀਅਰ ਸਿਸਟਮ ਯੂਜ਼ ਕਰ ਸਕਦੇ ਹੋ, ਜਿਹਦੇ ਵਿੱਚ ਡੂਅਲ ਕੋਰੀਅਰ ਸਿਸਟਮ ਹੈਗਾ, ਭੇਜਣ ਵਾਸਤੇ ਵੀ ਤੇ ਤੁਹਾਡੇ ਕੋਲ ਵਾਪਸ ਆਉਣ ਵਾਸਤੇ ਵੀ। ਸੋ ਉਹਨਾਂ ਕੋਰੀਅਰਸ ਦਾ ਤੁਸੀਂ ਫਾਇਦਾ ਚੱਕ ਸਕਦੇ ਹੋ ਐਂਡ ਉਹਦੇ ਥਰੂ ਤੁਸੀਂ ਆਪਣੀ ਐਪਲੀਕੇਸ਼ਨ, ਆਪਣੇ ਪਾਸਪੋਰਟ ਸਬਮਿਟ ਕਰਾ ਸਕਦੇ ਹੋ। ਸਰ ਨੈਕਸਟ ਕੁਐਸਚਨ ਸੀ ਬ੍ਰਾਂਪਟਨ ਤੋਂ, ਜਿਨ੍ਹਾਂ ਨੇ ਕਿਹਾ ਸੀ ਕਿ ਪੇਰੈਂਟਸ ਜਿਹੜੇ ਇੱਥੇ ਸੁਪਰ ਵੀਜ਼ਾ ਤੇ ਆਏ ਹੋਏ ਨੇ 10-10 ਸਾਲ ਦੇ, ਉਹਨਾਂ ਦੇ ਪੀਆਰ ਦੇ ਕੀ ਚਾਂਸਸ ਹੈ? ਬਿਲਕੁਲ ਜੀ, ਜਦੋਂ ਪੇਰੈਂਟਸ 10 ਸਾਲ ਵਾਸਤੇ ਨਹੀਂ ਆਉਂਦੇ ਜੀ, ਪੇਰੈਂਟਸ ਆਉਂਦੇ ਨੇ ਟੈਕਨੀਕਲੀ 2 ਸਾਲ ਵਾਸਤੇ। 2 ਸਾਲ ਬਾਅਦ ਉਹਨਾਂ ਨੂੰ ਵੀਜ਼ਾ ਐਕਸਟੈਂਡ ਕਰਾਉਣਾ ਪੈਂਦਾ ਹੈਗਾ ਸੁਪਰ ਵੀਜ਼ਾ ਦੇ ਤਹਿਤ ਵੀ। ਸੋ ਈਵਨ ਜਿਹੜੇ ਪੇਰੈਂਟਸ ਕੈਨੇਡਾ ਦੇ ਵਿੱਚ ਸੁਪਰ ਵੀਜ਼ਾ ਦੇ ਉੱਤੇ ਹੈਗੇ ਨੇ, ਜਦੋਂ ਲੋਟਰੀ ਸਿਸਟਮ ਜਾਂ ਜਦੋਂ ਪੇਰੈਂਟਲ ਗ੍ਰੈਂਡ ਪੇਰੈਂਟਲ ਐਪਲੀਕੇਸ਼ਨਸ ਲੱਗਣੀਆਂ ਹੈਗੀਆਂ, ਉਦੋਂ ਤੁਸੀਂ ਤੁਹਾਡੀ ਐਪਲੀਕੇਸ਼ਨ ਵੀ ਨਾਲ ਸਬਮਿਟ ਹੋ ਸਕਦੀ ਹੈ, ਪ੍ਰੋਵਾਈਡਡ ਤੁਹਾਡੇ ਬੱਚੇ ਇਨਕਮ ਰਿਕੁਆਇਰਮੈਂਟਸ ਮੀਟ ਕਰਦੇ ਹੋਣ, ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਤੁਹਾਨੂੰ। ਜੀ ਬਿਲਕੁਲ। ਤੇ ਸਰ ਟੌਪਿਕ ਦੇ ਉੱਤੇ ਵਾਪਸ ਆਈਏ, ਆਪਾਂ ਗੱਲਬਾਤ ਕਰ ਰਹੇ ਸੀ ਜਿਹੜੇ ਕਿ ਲੋ ਕੈਟਾਗਰੀ ਜਿਨ੍ਹਾਂ ਦੀ ਨੌਕਰੀ ਦੀ ਜੌਬ ਹੈਗੀ ਆ, ਸੋ ਉਹਨਾਂ ਲਈ ਇੱਥੇ ਓਪਰਚੁਨਿਟੀਜ਼ ਦੀ ਆਪਾਂ ਗੱਲ ਕਰ ਰਹੇ ਸੀ ਕਿ ਇਹਦੇ ਉੱਤੇ ਵੀ ਕੋਈ ਕੈਪ ਸਿਸਟਮ ਹੁੰਦਾ ਜਾਂ ਜਿਹੜੇ ਇਸ ਵਕਤ ਇੱਥੇ ਹੈਗੇ ਨੇ, ਸੋ ਉਹਨਾਂ ਲਈ ਕੀ ਓਪਰਚੁਨਿਟੀਜ਼ ਨੇ, ਕਿੰਨੀ ਕੁ ਗਿਣਤੀ 'ਚ ਹੋਣਗੇ ਤੇ ਕਦੋਂ ਤੱਕ ਉਹਨਾਂ ਦੇ ਚਾਂਸਸ ਹੈਗੇ ਆ? ਤਰਨ ਹਮੇਸ਼ਾ ਹੀ ਕੈਨੇਡਾ ਦੇ ਵਿੱਚ ਲੇਬਰ ਦੀ ਰਿਕੁਆਇਰਮੈਂਟਸ ਰਹੇਗੀਆਂ, ਬਿਕੋਜ਼ ਸਾਨੂੰ ਬਿਜ਼ਨਸ ਰਨ ਕਰਨ ਵਾਸਤੇ ਵੀ ਨੀਡ ਲੋਟ ਆਫ ਪੀਪਲ ਟੂ ਕਮ ਐਂਡ ਵਰਕ ਫॉर ਬਿਜ਼ਨਸ। ਇੱਕ ਸਰਵੇ ਆਇਆ ਸੀਗਾ, ਐਸ ਪਰ ਦੈਟ ਸਰਵੇ ਤਰਨ ਜੀ 80% ਜਿਹੜਾ ਬਿਜ਼ਨਸ ਨਾ ਗਰੋਨ ਦਾ ਹੋਣ ਦਾ ਰੀਜ਼ਨ ਹੈਗਾ ਸ਼ਾਰਟੇਜ ਆਫ ਲੇਬਰ। ਸੋ 80% ਬਿਜ਼ਨਸ ਇਸ ਕਰਕੇ ਗਰੋ ਨਹੀਂ ਹੋ ਸਕਦੇ ਬਿਕੋਜ਼ ਉਹਨਾਂ ਦੀ ਲੇਬਰ ਦੀ ਸ਼ਾਰਟੇਜ ਉਹ ਬਰਕਰਾਰ ਰਹਿੰਦੀ ਹੈ, ਤਾਂ ਆਪਣੇ ਆਪ ਨੂੰ ਕਵਰ ਹੀ ਨਹੀਂ ਕਰ ਸਕਦੇ। ਤਰਨ ਜੀ ਮੈਂ ਕਹਿੰਦੇ ਕਈ ਇਹੋ ਜਿਹੇ ਟਰਾਂਸਪੋਰਟਰਸ ਨੂੰ ਜਾਣਦਾ ਹੈਗਾ, ਕਈ ਐਸੇ ਲੌਜਿਸਟਿਕਸ ਪਲੇਸ ਨੂੰ ਜਾਣਦਾ ਜਿਹੜੇ ਵੱਡੇ ਹੈਗੇ ਨੇ, ਉਹਨਾਂ ਦੇ ਹਜ਼ਾਰਾਂ 100 ਦੇ ਹਿਸਾਬ ਦੇ ਨਾਲ ਟਰੱਕ, ਬ੍ਰੈਂਡ ਨਿਊ ਟਰੱਕ ਖੜੇ ਨੇ ਉਹਨਾਂ ਦੇ ਉੱਥੇ, ਬਟ ਦੇ ਆਰ ਅਨਏਬਲ ਟੂ ਪੁੱਟ them ਔਨ ਦਾ ਰੋਡ ਬਿਕੋਜ਼ ਉਹਨਾਂ ਦੇ ਕੋਲ ਟਰੱਕ ਡਰਾਈਵਰਸ ਦੀ ਸ਼ਾਰਟੇਜਸ ਹੈਗੀਆਂ। ਇਸੇ ਤਰ੍ਹਾਂ ਬਹੁਤ ਸਾਰੇ ਪਿਜ਼ਾ ਓਨਰਸ ਨੂੰ ਮੈਂ ਜਾਣਦਾ, ਬਹੁਤ ਸਾਰੇ ਇਹੋ ਜਿਹੇ ਰੈਸਟੋਰੈਂਟਸ ਵਾਲਿਆਂ ਨੂੰ ਜਾਣਦਾ ਜਿਨ੍ਹਾਂ ਦੇ ਕੋਲ ਲੇਬਰ ਦੀ ਸ਼ਾਰਟੇਜ, ਕੁੱਕ ਦੀ, ਸ਼ੈਫਸ ਦੀ, ਲਾਈਨ ਕੁੱਕਸ ਦੀ, ਰੈਸਟੋਰੈਂਟ ਮੈਨੇਜਰ ਦੀ ਸ਼ਾਰਟੇਜ ਹੋਣ ਕਰਕੇ ਉਹ ਆਪਣੀ ਐਕਸਪੈਂਸ਼ਨ ਨਹੀਂ ਕਰ ਪਾ ਰਹੇ। ਇਸੇ ਤਰ੍ਹਾਂ ਕੰਸਟਰਕਸ਼ਨ ਦੀ ਇਹੀ ਹਾਲ ਹੈ। ਲੇਬਰ ਫਾਰਮ ਲੇਬਰ ਦੇ ਵਿੱਚ ਵੀ ਅਸੀਂ ਸੇਮ ਚੀਜ਼ ਦੇਖੀ ਹੈ ਕਿ ਪਿਛਲੇ ਸਾਲ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਜਿਹੜੇ ਸੀਜ਼ਨਲ ਵਰਕਰਸ ਆਉਂਦੇ ਸੀ ਉਹ ਨਹੀਂ ਆ ਸਕੇ, ਉਹਦੇ ਕਰਕੇ ਬੜਾ ਇੰਪੈਕਟ ਪਿਆ ਫਾਰਮ ਦੀ ਪ੍ਰੋਡਕਸ਼ਨ ਦੇ ਉੱਤੇ। ਐਂਡ ਸੇਮ ਇਜ਼ ਟਰੂ ਫॉर ਦਿਸ ਈਅਰ ਐਜ਼ ਵੈਲ। ਸੋ ਯੈਸ, ਇਸੇ ਕਰਕੇ ਕਈ ਪ੍ਰੋਗਰਾਮ ਉਲੀਕੇ ਗਏ ਨੇ, ਇਸੇ ਕਰਕੇ ਟੈਂਪਰੇਰੀ ਵਰਕਰਸ ਦੇ ਉੱਤੇ ਫੋਕਸ ਹੈਗਾ ਆ। ਤੁਹਾਡੇ ਵਾਸਤੇ ਜਿੰਨੇ ਵੀ ਟੈਂਪਰੇਰੀ ਵਰਕਰਸ ਆਉਂਦੇ ਨੇ, ਈਵਨ ਕੁੱਕ ਸ਼ੈਫਸ ਆਉਂਦੇ ਨੇ ਜਿਹੜੇ ਸਕਿਲਡ ਨੌਕ B ਦੇ ਹੈਗੇ ਨੇ, ਉਹ ਵੀ ਕੁਆਲੀਫਾਈ ਕਰ ਸਕਦੇ, ਨੌਕ C ਵਾਲੇ ਵੀ ਕੁਆਲੀਫਾਈ ਕਰ ਸਕਦੇ ਨੇ। PNP ਪ੍ਰੋਗਰਾਮ ਐਗਜ਼ਿਸਟ ਕਰਦੇ ਨੇ, ਹਰ ਪ੍ਰੋਵਿੰਸ ਦਾ ਆਪਣਾ ਆਪਣਾ PNP ਪ੍ਰੋਗਰਾਮ ਹੈਗਾ ਜਿਹੜੇ ਇਹੋ ਜਿਹੇ ਬਿਜ਼ਨਸਿਸ ਨੂੰ ਸਪੋਰਟ ਕਰਨ ਵਾਸਤੇ ਕ੍ਰੀਏਟ ਕੀਤੇ ਗਏ ਨੇ। ਇਸੇ ਤਰ੍ਹਾਂ ਅਸੀਂ ਫੈਡਰਲ ਪ੍ਰੋਗਰਾਮ ਵੀ ਇਸੇ ਤਰ੍ਹਾਂ ਉਲੀਕੇ ਗਏ ਨੇ ਜਿਹੜੇ ਇਹੋ ਜਿਹੇ ਇੰਪਲੋਇਰਸ ਨੂੰ ਤੇ ਇਹੋ ਜਿਹੇ EMPLOYEES ਨੂੰ ਸਪੋਰਟ ਕਰਦੇ ਹੋਣਗੇ। ਸੋ ਓਪਰਚੁਨਿਟੀਜ਼ ਬਹੁਤ ਹੈਗੀਆਂ। ਜੇ ਤੁਸੀਂ ਸਹੀ ਮਾਇਨੇ ਦੇ ਵਿੱਚ ਤੁਹਾਨੂੰ LMIA ਮਿਲਦਾ ਹੈਗਾ, ਵਰਕ ਪਰਮਿਟ ਮਿਲਦਾ, ਯੂ ਸ਼ੁੱਡ ਗ੍ਰੈਬ ਦਿਸ ਓਪਰਚੁਨਿਟੀ, ਕਮ ਟੂ ਕੈਨੇਡਾ, ਵਰਕ ਹੇਅਰ ਫॉर द EMPLOYER ਐਂਡ ਤੁਹਾਡੀ PR ਦੇ ਚਾਂਸਸ ਬੇਇੰਤਹਾ ਓਪਰਚੁਨਿਟੀਜ਼ ਬਣ ਸਕਦੀਆਂ ਹੈਗੀਆਂ ਤੁਹਾਡੇ ਬਿਲਕੁਲ ਸਰ। ਇੱਕ ਕਾਲਰ ਜੁੜ ਗਏ ਨੇ, ਕਾਲ ਲੈ ਲਈਏ ਸੀ, ਫਿਰ ਆਪਾਂ ਵਾਪਸ ਟੌਪਿਕ ਤੇ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਸਤਿ ਸ੍ਰੀ ਅਕਾਲ ਜੀ।
ਮੇਰੀ ਨਾ ਡਾਕਟਰ ਇਹਨਾਂ ਦਾ ਸਪਾਊਸ ਵੀਜ਼ਾ ਜਿਹੜਾ ਲਗਾਇਆ ਹੋਇਆ ਤੇ ਉਹਨਾਂ ਦਾ ਆਪਣਾ ਫਿੰਗਰਪ੍ਰਿੰਟ ਵੀ ਹੋ ਗਏ ਔਰ ਮੈਡੀਕਲ ਵੀ ਹੋ ਗਿਆ। ਉਸ ਤੋਂ ਅੱਗੇ ਕਿੰਨਾ ਕੁ ਟਾਈਮ ਲੱਗ ਸਕਦਾ ਜੀ ਇੱਧਰ ਆਉਣ? ਜੀ ਸਰ ਕੁਝ ਪੁੱਛਣਾ ਹੈ? ਕਿਹੜੇ ਮਹੀਨੇ ਦੀ ਫਾਈਲ ਲੱਗੀ ਹੋਈ ਹੈ ਜੀ ਤੁਹਾਡੇ? ਨਹੀਂ, ਫਾਈਲ ਤਾਂ ਇੱਥੋਂ ਮਤਲਬ ਚਲੀ ਗਈ ਦਿੱਲੀ। ਕਿਹੜੇ ਮਹੀਨੇ ਲਗਾਈ ਸੀ? ਕਿਹੜੇ ਮਹੀਨੇ ਲਗਾਈ ਸੀ ਜੀ ਫਾਈਲ? ਪਿਛਲੇ ਸਾਲ ਦੀ ਲਗਾਈ ਸੀ ਇਸ ਮਾਰਚ। ਉਹਨਾਂ ਦਾ ਮੈਡੀਕਲ ਤੇ ਫਿੰਗਰਪ੍ਰਿੰਟ ਵੀ ਹੋ ਗਏ। ਲਾਸਟ ਈਅਰ ਲਗਾਈ ਸੀ। ਸ਼ੁਕਰੀਆ ਜੀ। ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ। ਕਾਲ ਕਰਨ ਲਈ ਥੈਂਕ ਯੂ ਜੀ ਸਰ। ਭੈਣ ਜੀ ਹੁਣ ਕੰਮ ਹੋਣਾ ਸ਼ੁਰੂ ਹੋ ਗਿਆ ਜੀ। ਵੀਜ਼ਾ ਸੈਂਟਰਸ ਇੰਡੀਆ ਤੋਂ ਜਿਸ ਤਰ੍ਹਾਂ ਰਿਸਟ੍ਰਿਕਸ਼ਨਸ ਖੁੱਲਣਗੀਆਂ, ਬੜੀ ਵੱਡੀ ਤਾਦਾਦ ਦੇ ਵਿੱਚ ਵੀਜ਼ਾ ਇਸ਼ੂ ਕੀਤੇ ਜਾਣਗੇ। ਖਾਸ ਕਰ ਈਵਨ ਜਿਨ੍ਹਾਂ ਦੇ ਲਾਸਟ ਈਅਰ ਦੇ COPRs ਐਕਸਪਾਇਰ ਹੋ ਚੁੱਕੇ ਨੇ, ਉਹ ਵੀ ਨਵੇਂ COPR ਇਸ਼ੂ ਕੀਤੇ ਜਾਣਗੇ। ਸੋ ਓਨਲੀ ਥਿੰਗ ਇਜ਼ ਕੋਈ ਟਾਈਮਲਾਈਨ ਨਹੀਂ ਹੈਗੀ। ਇਹ ਸਾਰਾ ਕੁਝ ਡਿਪੈਂਡ ਕਰੇਗਾ ਰਿਸਟ੍ਰਿਕਸ਼ਨਸ ਖਤਮ ਹੋਣ ਦੇ ਉੱਤੇ। ਬਿਲਕੁਲ ਸਰ। ਤੇ ਸਰ ਇੱਕ ਆਖਰੀ ਸਵਾਲ ਕਿ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਤੁਹਾਡੇ ਕੋਲ ਕੁਝ ਵੈਕੈਂਸੀਜ਼ ਹੈਗੀਆਂ ਨੇ, ਕੁਝ EMPLOYERS ਨਾਲ ਟਾਈ ਅਪ ਹੈਗੇ ਨੇ। ਜੀ। ਸੋ ਹੁਣ ਵੀ ਬੈਕ ਟੂ ਨਾਰਮਲ ਹੋ ਰਿਹਾ ਤੇ ਬਹੁਤ ਸਾਰਿਆਂ ਦੀਆਂ ਜੌਬਸ ਜਿਹੜੀਆਂ ਜਾ ਚੁੱਕੀਆਂ ਸੀ ਵਾਪਸ ਲੱਭ ਰਹੇ ਨੇ। ਤੁਹਾਡੇ ਕੋਲ ਕੀ ਓਪਰਚੁਨਿਟੀਜ਼ ਹੈਗੀਆਂ? ਤਰਨ ਜੀ ਸਾਡੇ ਕੋਲ ਓਪਰਚੁਨਿਟੀਜ਼ ਅੱਜ ਦੀ ਤਰੀਕ ਦੇ ਵਿੱਚ ਹਸਪਿਟੈਲਿਟੀ ਸੈਕਟਰ ਦੇ ਵਿੱਚ ਹੈਗੀਆਂ ਜੀ। ਸਾਡੇ ਕੋਲ ਕੁਕਸ ਦੀਆਂ, ਸ਼ੈਫਸ ਦੀਆਂ, ਰੈਸਟੋਰੈਂਟ ਮੈਨੇਜਰ ਦੀਆਂ, ਰੈਸਟੋਰੈਂਟ ਸੁਪਰਵਾਈਜ਼ਰ ਦੀਆਂ, ਲਾਈਨ ਕੁਕ ਦੀਆਂ ਓਪਰਚੁਨਿਟੀਜ਼ ਹੈਗੀਆਂ, ਓਪਨਿੰਗਸ ਹੈਗੀਆਂ ਐਂਡ ਕੁਝ ਸਾਡੇ ਕੋਲ ਈਵਨ ਫੂਡ ਸਰਵਿਸ ਦੀਆਂ ਓਪਨਿੰਗਸ ਹੈਗੀਆਂ। ਬਟ ਅਗੇਨ ਆ ਜਿਹੜੇ ਫੂਡ ਸਰਵਿਸ ਹੈਗੇ ਨੇ 2 ਨੌਕ ਸੀ ਦੇ ਵਿੱਚ ਆਉਂਦੇ ਨੇ, ਬਟ ਉਹ EMPLOYERS PNPs ਵਾਸਤੇ ਕੁਆਲੀਫਾਈ ਕਰਦੇ ਨੇ। ਸੋ ਜੇ ਤੁਹਾਡੇ ਕੋਲ ਕੋਈ ਇਹੋ ਜਿਹਾ CV ਹੈਗਾ ਆ, ਤੁਹਾਡਾ ਇਹੋ ਜਿਹਾ ਪ੍ਰੋਫਾਈਲ ਹੈਗਾ, ਤੁਸੀਂ ਆਪਣੀ ਡਿਟੇਲਸ ਫਾਰਵਰਡ ਕਰ ਦਿਓ। ਐਂਡ ਸਾਡੇ ਬਹੁਤ ਸਾਰੇ ਬੱਚੇ ਆਸਟ੍ਰੇਲੀਆ, ਨਿਊਜ਼ੀਲੈਂਡ ਪੜ੍ਹਨ ਗਏ ਸੀਗੇ ਐਂਡ ਉਹਨਾਂ ਨੇ ਹਸਪਿਟੈਲਿਟੀ, ਕੁਕਿੰਗ ਦੇ ਕੋਰਸਿਸ ਉੱਥੇ ਕੀਤੇ। ਬਟ ਅਨਫੋਰਚੂਨੇਟਲੀ ਉੱਥੇ ਚੇਂਜਸ ਇਹੋ ਜਿਹੀਆਂ ਆ ਗਈਆਂ ਕਿ ਉੱਥੇ ਪਰਮਨੈਂਟ ਰੈਜ਼ੀਡੈਂਸੀ ਵਾਸਤੇ ਐਲੀਜੀਬਿਲਟੀ ਨਹੀਂ ਬਣਦੀ ਪਈ। ਸੋ ਤੁਸੀਂ ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰੋ ਜੀ। ਤੁਹਾਡੇ ਕੋਲ IELTS ਵੀ ਹੈਗਾ ਆ, ਤੁਸੀਂ ਉੱਥੇ ਐਜੂਕੇਸ਼ਨ ਵੀ ਲਿੱਤੀ ਹੈ, ਤੁਹਾਡੇ ਕੋਲ ਐਕਸਪੀਰੀਅੰਸ ਵੀ ਹੈਗਾ ਤੇ ਤੁਹਾਡੇ ਵਾਸਤੇ ਕੈਨੇਡਾ ਦੇ ਵਿੱਚ ਓਪਰਚੁਨਿਟੀ ਬਣ ਸਕਦੀ ਹੈਗੀ ਹੈ। ਐਂਡ ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰੋ info@iccimmigration.ca info@iccimmigration.ca ਜਾਂ ਫਿਰ ਤੁਹਾਨੂੰ ਤੁਸੀਂ WhatsApp ਕਰ ਸਕਦੇ ਹੋ 647-850-9000 647-850-9000 ਐਂਡ ਵੀ ਵਿਲ ਤੁਹਾਡੀ ਇੰਟਰਵਿਊ ਅਸੀਂ ਕਰਵਾਵਾਂਗੇ। ਤੁਹਾਡਾ CVs ਫਾਰਵਰਡ ਕਰਾਂਗੇ EMPLOYERS ਨਾਲ, ਇੰਟਰਵਿਊ ਕਰਵਾ ਕੇ ਵੀ ਵਿਲ ਲੈਟ ਯੂ ਨੋ ਕਿ ਕਿਸ ਤਰ੍ਹਾਂ ਚੀਜ਼ ਵਰਕ ਆਊਟ ਹੋ ਸਕਦੀ ਹੈ ਤੁਹਾਡੇ ਬਿਲਕੁਲ ਵਾਸਤੇ। ਸਰ। ਜਿਹੜੇ ਦਰਸ਼ਕ ਇਸ ਵਕਤ ਦੇਖ ਰਹੇ ਨੇ, ਕੁਝ ਕਹਿਣਾ ਚਾਹੁੰਦੇ ਉਹਨਾਂ ਨੂੰ? ਇੱਕੋ ਹੀ ਚੀਜ਼ ਕਹਿਣਾ ਚਾਹਾਂਗੇ ਜੀ, ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ, ਕੋਈ ਟਰਾਂਸਪੇਰੈਂਟ ਇਨਫੋਰਮੇਸ਼ਨ ਸੁਣਨ ਵਾਸਤੇ ਤਿਆਰ ਹੈਗੇ ਹੋ ਤਾਂ ਇੱਕ ਵਾਰੀ ICC RDN MD ਨੂੰ ਜ਼ਰੂਰ ਕੰਟੈਕਟ ਕਰੋ। 14 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਸਾਨੂੰ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ ਨਾ। ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਡਵਾਈਸ। ਇੱਕ ਚੀਜ਼ ਯਾਦ ਰੱਖਿਆ ਜਾਏ ਕਿ ਕੈਨੇਡੀਅਨ ਇਕਨੋਮੀ ਨੂੰ ਰਿਸੈਸ਼ਨ ਤੋਂ ਪੈਂਡੈਮਿਕ ਤੇ ਰਿਸੈਸ਼ਨ ਤੋਂ ਬਾਹਰ ਆਉਣ ਵਾਸਤੇ ਇਮੀਗ੍ਰੇਸ਼ਨ ਐਂਡ ਇਮੀਗ੍ਰੈਂਟਸ ਆਰ ਗੋਨਾ ਪਲੇ ਅ ਮੇਜਰ ਰੋਲ। ਤੁਸੀਂ ਐਜ਼ ਅ ਫੋਰਨ ਵਰਕਰ ਆਓ, ਸਕਿਲਡ ਵਰਕਰ ਆਓ, ਸਕਿਲਡ ਟ੍ਰੇਡ ਦੇ ਵਿੱਚ ਆਓ ਜਾਂ ਫਿਰ ਐਜ਼ ਅ ਐਂਟਰਪ੍ਰੀਨਿਓਰ ਬਿਜ਼ਨਸਮੈਨ ਆਓ, ਤੁਹਾਡੇ ਵਾਸਤੇ ਓਪਰਚੁਨਿਟੀਜ਼ ਇਮੈਂਸ ਹੈਗੀਆਂ। ਈਵਨ ਤੁਸੀਂ ਟੈਂਪਰੇਰੀ ਸਟੇਟਸ ਤੇ ਕੈਨੇਡਾ ਲੈਂਡ ਕਰ ਸਕਦੇ ਹੋ ਤਾਂ ਵੀ ਗ੍ਰੈਬ ਦੈਟ ਓਪਰਚੁਨਿਟੀ ਬਿਕੋਜ਼ ਓਪਰਚੁਨਿਟੀਜ਼ ਦੇ ਨਾਲ ਤੁਹਾਡੀ ਅੱਗੇ ਆਪਸ਼ਨਸ ਕਾਫੀ ਸਾਰੀਆਂ ਖੁੱਲ ਸਕਦੀਆਂ। ਜੀ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜਾਣਕਾਰੀ ਦੇਣ ਲਈ। ਥੈਂਕ ਯੂ ਵੈਰੀ ਮਚ ਤਰਨ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਮਨੂ ਦੱਤਾ ਜੀ ਤੋਂ ਤੁਸੀਂ ਕੋਈ ਵੀ ਆਪਣਾ ਇਮੀਗ੍ਰੇਸ਼ਨ ਸੰਬੰਧੀ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਇਹਨਾਂ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਨੰਬਰਸ ਤੁਹਾਨੂੰ ਦੇ ਦਿੱਤੇ ਗਏ ਨੇ, ਇੱਥੇ ਕਾਲ ਕਰ ਸਕਦੇ ਹੋ। ਫਿਲਹਾਲ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰ TV।